ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਔਰ ਜਲਾਲੀ ਨਾਮ ਦੇ ਵਿੱਚ ਆਪ ਸਭ ਨੂੰ ਜੈ ਮਸੀਹ ਦੀ। ਅੱਜ ਅਸੀਂ ਇੱਕ ਮਹਾਨ ਸ਼ਖਸੀਅਤ ਬਾਰੇ ਵੇਖਣ ਜਾ ਰਹੇ ਹਾਂ ਜੋ ਕਿਸੇ ਤਾਰੀਫ ਦੇ ਮੁਹਤਾਜ ਨਹੀਂ ਸਨ। ਉਹ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਦਾਸ ਸਨ ਜਿਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਪੂਰੇ 34 ਸਾਲ ਤੱਕ ਯਿਸੂ ਮਸੀਹ ਜੀ ਦੀ ਸੇਵਾ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦਾ ਸੁਸਮਾਚਾਰ ਸੁਣਾਇਆ ਅਤੇ ਬਹੁਤ ਸਾਰੇ ਰੂਹਾਂ ਨੂੰ ਸਵਰਗੀ ਰਾਜ ਵਾਸਤੇ ਤਿਆਰ ਕੀਤਾ। ਪਵਿੱਤਰ ਸ਼ਾਸਤਰ ਬਾਈਬਲ ਵਿੱਚ ਇਬਰਾਨੀਆਂ 13 ਉਹਦੀ 7 ਆਇਤ ਦੇ ਵਿੱਚ ਲਿਖਿਆ ਹੈ, ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਵਰ ਦਾ ਵਚਨ ਸੁਣਾਇਆ, ਉਹਨਾਂ ਦੀ ਚਾਲ ਦੇ ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਨਿਚਾ ਦੀ ਰੀਸ ਕਰੋ। ਉਸੇ ਤਰ੍ਹਾਂ ਅੱਜ ਇਸ ਕ੍ਰਿਸਮਸ ਅਤੇ ਨਵੇਂ ਸਾਲ ਦੇ ਪਵਿੱਤਰ ਮੌਕੇ ਤੇ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਦਾਸ ਦੇ ਬਾਰੇ ਅਤੇ ਉਹਨਾਂ ਦੇ ਦੁਆਰਾ ਕੀਤੇ ਗਏ ਕੰਮਾਂ ਦੇ ਬਾਰੇ ਜੋ ਮਸੀਹ ਦੇ ਵਿੱਚ ਕੀਤੇ ਗਏ ਸਨ, ਉਹਨਾਂ ਬਾਰੇ ਅਸੀਂ ਉਹਨਾਂ ਦੀ ਜ਼ਿੰਦਗੀ ਉੱਤੇ ਚਾਨਣਾ ਪਾਵਾਂਗੇ। ਹੈਪੀ ਵਾਲਾ ਬਰਥਡੇ ਯਿਸੂ ਮਸੀਹ ਦਾ ਵਾ। ਇਹ ਗਿਫਟ ਸਾਰੇ ਪ੍ਰਭੂ ਯਿਸੂ ਮਸੀਹ ਨੂੰ ਜਾ ਰਹੇ ਆ। ਹਾਲੇਲੂਇਆ। ਪ੍ਰਭੂ ਦੀ ਬਾਣੀ ਵਿੱਚ ਲਿਖਿਆ ਹੈ ਕਿ ਪ੍ਰਭੂ ਦੇ ਸੰਤ, ਪ੍ਰਭੂ ਦੇ ਸੇਵਕ ਜਿਹੜੇ ਹੈ ਪਰਮੇਸ਼ਰ ਦੇ ਅਧਿਕਾਰੀ ਹੈ, ਉਹਦੇ ਅਫਸਰ ਹੈ। ਜੀ ਹਾਂ, ਅਸੀਂ ਜਿਨ੍ਹਾਂ ਬਾਰੇ ਗੱਲ ਕਰਨ ਦੇ ਜਾ ਰਹੇ ਹਾਂ ਉਹ ਹਨ ਆਰਚ ਬਿਸ਼ਪ ਡਾਕਟਰ ਸਤੀਸ਼ ਕੁਮਾਰ ਨੋਟ ਜੀ, ਜਿਨ੍ਹਾਂ ਨੂੰ ਸਾਰੇ ਪਿਆਰ ਦੇ ਨਾਲ ਡੈਡੀ ਜੀ ਕਹਿ ਕੇ ਬੁਲਾਉਂਦੇ ਸਨ। ਉਹ ਬੱਚਿਆਂ ਲਈ ਬਾਪ, ਜਵਾਨਾਂ ਲਈ ਇੱਕ ਦੋਸਤ ਅਤੇ ਬਜ਼ੁਰਗਾਂ ਲਈ ਉਹਨਾਂ ਦੇ ਸਹਾਰੇ ਵਾਂਗ ਸਨ। ਪਰਮੇਸ਼ਰ ਦੇ ਪਿਆਰ ਨਾਲ ਭਰਪੂਰ ਅਤੇ ਪ੍ਰਭੂ ਜੀ ਦਾ ਡਰ ਮੰਨਣ ਵਾਲੇ। ਬਿਸ਼ਪ ਜੀ ਦਾ ਜਨਮ ਸੰਨ 1963 ਦੇ ਵਿੱਚ ਧਾਰ ਕਲਾਂ ਪੰਜਾਬ ਦੇ ਵਿੱਚ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਸ਼ਾਨ ਦੇਵੀ ਅਤੇ ਪਿਤਾ ਜੀ ਦਾ ਨਾਮ ਹਕੂਮਤ ਚੰਦ ਸੀ। ਜਿਵੇਂ ਕਿ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਅਫਸੀਆਂ 1 ਅਧਿਆਏ ਉਹਦੀ 4 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ, ਭਾਈ ਅਸੀਂ ਉਹਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਉਵੇਂ ਹੀ ਇੱਕ ਹਿੰਦੂ ਰਾਜਪੂਤ ਪਰਿਵਾਰ ਦੇ ਵਿੱਚ ਜਨਮ ਲੈਣ ਦੇ ਬਾਵਜੂਦ ਵੀ 7 ਵਰਸ਼ ਦੀ ਛੋਟੀ ਉਮਰ ਦੇ ਵਿੱਚ ਹੀ ਆਪ ਜੀ ਪਰਮੇਸ਼ਰ ਦੀ ਖੋਜ ਕਰਨ ਲੱਗ ਪਏ। ਇਸੇ ਪਰਮੇਸ਼ਰ ਦੀ ਖੋਜ ਦੀ ਚਾਹਤ ਨੇ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਮਿਲਾਇਆ ਅਤੇ ਆਪ ਜੀ ਦੇ ਮਸੀਹ ਦੇ ਵਿੱਚ ਕੀਤੀ ਇਸ ਮਿਹਨਤ ਦੇ ਸਦਕਾ ਅੱਜ ਕਈ ਪਾਸਟਰ ਸਹਿਬਾਨ, ਐਲਡਰ ਬ੍ਰਦਰਸ, ਸਿਸਟਰਸ ਤਿਆਰ ਹੋਏ। ਆਓ ਅੱਜ ਅਸੀਂ ਉਹਨਾਂ ਦੀ ਮਸੀਹੀ ਜ਼ਿੰਦਗੀ ਦੇ ਬਾਰੇ ਉਹਨਾਂ ਪਾਸਟਰ ਸਹਿਬਾਨਾਂ ਦੇ ਮੂੰਹਾਂ ਤੋਂ ਸੁਣਾਂਗੇ। ਜੀ ਸਭ ਤੋਂ ਪਹਿਲਾਂ ਤਾਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਸਭ ਨੂੰ ਜੈ ਮਸੀਹ ਕਹਿੰਦੇ ਹਾਂ। ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਔਰ ਜਿਨ੍ਹਾਂ ਤੱਕ ਤੁਸੀਂ ਪ੍ਰਭੂ ਦੇ ਦਾਸ ਦੀ ਇਸ ਵੀਡੀਓ ਨੂੰ ਪਹੁੰਚਾਉਣਾ ਹੈ, ਅਸੀਂ ਸਭ ਦਾ ਹੀ ਧੰਨਵਾਦ ਕਰਦੇ ਹਾਂ। ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਡੈਡੀ ਹੁਣਾਂ ਦੀ ਇਸ ਵੀਡੀਓ ਨੂੰ ਕਲੀਸਿਆ ਤੱਕ ਪਹੁੰਚਾ ਰਹੇ ਹਾਂ ਕਿ ਉਹਨਾਂ ਦੇ ਮਸੀਹ ਜੀਵਨ ਦੇ ਬਾਰੇ ਕਿ ਕਿੱਥੋਂ ਸ਼ੁਰੂਆਤ ਹੋਈ। ਇਹ ਉਹਨਾਂ ਦੇ ਮੂੰਹ ਤੋਂ ਅਸੀਂ ਆਪਣੇ ਗਵਾਹੀ ਸੁਣੀ ਹੋਈ ਹੈ ਕਿ ਉਹ ਸੱਚੇ ਪਰਮੇਸ਼ਰ ਦੀ ਖੋਜ ਕਰਨ ਦੇ ਵਾਸਤੇ ਉਹਨਾਂ ਨੇ 7 ਸਾਲ ਦੀ ਉਮਰ ਦੇ ਵਿੱਚ ਹੀ ਸਫ਼ਰ ਸ਼ੁਰੂ ਕਰ ਦਿੱਤਾ ਸੀ। ਕਾਫੀ ਸਮਾਂ ਚੱਲਦਾ ਰਿਹਾ ਲੇਕਿਨ ਸੱਚੇ ਪਰਮੇਸ਼ਰ ਦੀ ਖੋਜ ਤਾਂ ਨਹੀਂ ਹੋਈ। ਲੇਕਿਨ ਉਹ ਜਿਹੜੇ ਸਾਧੂ ਮਹਾਤਮਾ ਹੁੰਦੇ ਨੇ ਉਹਨਾਂ ਨਾਲ ਰਹਿ ਕੇ ਤਾਂ ਨਸ਼ੇ ਵਿਸ਼ਿਆਂ ਦੇ ਵਿੱਚ ਜ਼ਰੂਰ ਪੈ ਗਏ, ਭੰਗ ਪੀਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਇਸ ਤਰ੍ਹਾਂ ਉਹ
ਨਸ਼ੇ ਕਰਕੇ ਤੇ ਭਗਤੀਆਂ ਦੇ ਚਲੀਨ ਹੋ ਜਾਂਦੇ। ਇਸ ਤਰ੍ਹਾਂ ਉਹਨਾਂ ਨੇ ਸਾਧੂ ਸੰਤਾਂ ਨੇ ਉਹਨਾਂ ਨੂੰ ਵੀ ਭਗਤੀਆਂ ਕਰਨ ਦੇ ਤਰੀਕੇ ਦੱਸਦੇ ਕਿ ਇਸ ਤਰ੍ਹਾਂ ਨਸ਼ਾ ਕਰਕੇ ਤੇ ਭਗਤੀ ਦੇ ਚਲੀਨ ਲੈਣਾ ਹੈ। ਇਹ ਸਫ਼ਰ ਕਾਫੀ ਦੇਰ ਚੱਲਦਾ ਰਿਹਾ। ਉਸ ਤੋਂ ਬਾਅਦ ਸਾਡਾ ਪਿੰਡ ਹੈ ਧਾਰ ਕਲਾਂ, ਤਾਂ ਉੱਥੇ ਕੁਝ ਪਾਸਟਰ ਸਾਹਿਬਾਨ ਜਿਹੜੇ ਸੀਗੇ ਉਹ ਬਾਹਰੋਂ ਕਿਤੋਂ ਉੱਥੇ ਕਨਵੈਨਸ਼ਨ ਕਰਨ ਵਾਸਤੇ ਗਏ। ਉੱਥੇ ਉਹਨਾਂ ਨੇ ਕਨਵੈਨਸ਼ਨ ਕੀਤੀ। ਕਨਵੈਨਸ਼ਨ ਕਰਨ ਤੋਂ ਬਾਅਦ ਤੇ ਜਦੋਂ ਰੋਗੀਆਂ ਵਾਸਤੇ ਪ੍ਰਾਰਥਨਾ ਕੀਤੀ ਜਾ ਰਹੀ ਸੀ ਤੇ ਪਾਸਟਰ ਜੀ ਨੇ ਕਿਹਾ ਕਿ ਜਿਹੜੇ ਰੋਗੀ ਨੇ, ਬਿਮਾਰ ਨੇ, ਉਹ ਅੱਗੇ ਆਓ, ਤੁਹਾਡੇ ਵਾਸਤੇ ਆਪਾਂ ਪ੍ਰਾਰਥਨਾ ਕਰਾਂਗੇ। ਤੇ ਡੈਡੀ ਜੀ ਕਹਿੰਦੇ ਕਿ ਮੈਂ ਵੀ ਚਲਾ ਗਿਆ, ਮੈਂ ਪ੍ਰਾਰਥਨਾ ਕਰਵਾਉਣ ਵਾਸਤੇ ਅੱਗੇ ਗਿਆ। ਮੈਂ ਤੇ ਉੱਥੇ ਜਾ ਕੇ ਪਾਸਟਰ ਜੀ ਮੈਨੂੰ ਕਹਿੰਦੇ ਕਿ ਤੈਨੂੰ ਕੀ ਪ੍ਰੋਬਲਮ, ਕੀ ਬਿਮਾਰੀ ਹੈ ਤੈਨੂੰ? ਤੇ ਡੈਡੀ ਜੀ ਕਹਿੰਦੇ ਮੈਂ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਕਿਹਾ ਕਿ ਮੈਨੂੰ ਪਾਪ ਦੀ ਬਿਮਾਰੀ ਹੈ। ਤੇ ਉਹਨਾਂ ਨੇ ਉਹ ਡੈਡੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਚਲੇ ਗਏ। 6 ਸਤੰਬਰ 1982 ਨੂੰ ਉਹਨਾਂ ਨੇ ਦੱਸਿਆ ਕਿ ਮੈਨੂੰ ਰਾਤ ਇੱਕ ਦਰਸ਼ਨ ਹੋਇਆ। ਮੈਂ ਆਪਣੇ ਬੈੱਡ ਦੇ ਸਾਹਮਣੇ ਇੱਕ ਲਾਈਟ ਨੂੰ ਦੇਖਿਆ ਔਰ ਲਾਈਟ ਮੇਰੇ ਨਾਲ ਗੱਲ ਕਰ ਰਹੀ ਸੀਗੀ, ਪ੍ਰਕਾਸ਼ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਔਰ ਮੈਂ ਬਹੁਤ ਜ਼ਿਆਦਾ ਮਤਲਬ ਉਸ ਲਾਈਟ ਦੇ ਪ੍ਰਕਾਸ਼ ਨੂੰ ਦੇਖ ਨਹੀਂ ਪਾਇਆ। ਮੈਂ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ ਔਰ ਆਤਮਾ ਦੇ ਵਿੱਚ ਹੋ ਗਿਆ। ਇਹਦੇ ਵਿੱਚ ਮਤਲਬ ਉਹਨਾਂ ਨੇ ਦੱਸਿਆ ਕਿ ਉਹ ਪ੍ਰਕਾਸ਼ ਮੇਰੇ ਨਾਲ ਗੱਲਬਾਤ ਕਰ ਰਿਹਾ ਸੀ। ਉਹ ਪੌਣੇ ਘੰਟੇ ਦਾ ਦਰਸ਼ਨ ਸੀ ਜਿਹੜਾ ਕਿ ਪਹਿਲੀ ਵਾਰ ਮੈਨੂੰ ਉਹ ਦਰਸ਼ਨ ਮਿਲਿਆ। ਜਿਸ ਦਰਸ਼ਨ ਦੀ ਮੈਂ ਖੋਜ ਕਰ ਰਿਹਾ ਸੀ, ਜਿਸ ਪਰਮੇਸ਼ਰ ਦੀ ਮੈਂ ਖੋਜ ਕਰ ਰਿਹਾ ਸੀ, ਉਹ ਲਾਈਟ ਮੇਰੇ ਸਾਹਮਣੇ ਆਈ ਔਰ ਉਸ ਤੋਂ ਬਾਅਦ ਮੇਰੇ ਅੰਦਰ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਮੇਰੇ ਅੰਦਰ ਕੋਈ ਸ਼ਕਤੀ ਆਈ ਹੈ ਜੀ। ਔਰ ਉਸ ਸ਼ਕਤੀ ਤੋਂ ਪਾਉਣ ਤੋਂ ਬਾਅਦ ਮੈਂ ਜਿਹੜਾ ਇੱਕ ਮੈਨੂੰ ਨਵਾਂ ਨੇਮ ਦੇ ਗਏ ਸੀਗੇ ਪੜ੍ਹਨ ਵਾਸਤੇ, ਮੈਂ ਨਵਾਂ ਨੇਮ ਲੈ ਕੇ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਰਾਤ ਦਿਨ ਉਹ ਪੜ੍ਹਦੇ ਰਹਿਣਾ ਤੇ ਮਤਲਬ ਇਸ ਤਰ੍ਹਾਂ ਕਰਕੇ ਮਤਲਬ ਮੈਨੂੰ ਪਰਮੇਸ਼ਰ ਦੀ ਬਾਣੀ ਦੇ ਬਾਰੇ ਪਤਾ ਲੱਗਾ, ਯੀਸ਼ੂ ਮਸੀਹ ਦੇ ਬਾਰੇ ਪਤਾ ਲੱਗਾ। ਫਿਰ ਉਹ ਜਿਹੜਾ ਪੌਣੇ ਘੰਟੇ ਦਾ ਦਰਸ਼ਨ ਸੀਗਾ, ਉਹ ਪੌਣੇ ਘੰਟੇ ਦੇ ਦਰਸ਼ਨ ਦੇ ਵਿੱਚ ਹੀ ਪਰਮੇਸ਼ਰ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਸੇਵਕਾਈ ਦੇ ਵਾਸਤੇ ਚੁਣਨਾ ਚਾਹੁੰਦਾ ਹਾਂ। ਇੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਸੇਵਕਾਈ ਦੀ। ਜਿਹੜਾ ਉਹਨਾਂ ਦਾ ਸਫ਼ਰ ਸੀਗਾ ਉਸ ਟਾਈਮ ਦੇ ਉੱਤੇ, ਜਿਹੜਾ ਸੰਸਾਰਿਕ ਸਫ਼ਰ ਸੀਗਾ, ਸੰਸਾਰ ਦੇ ਜਦੋਂ ਜਾਂਦੇ ਰਹੇ ਪ੍ਰਚਾਰ ਕਰਨ ਵਾਸਤੇ, ਪਹਿਲੇ ਤਾਂ ਪੈਦਲ ਜਾਂਦੇ ਰਹੇ, ਫਿਰ ਉਹਨਾਂ ਦੇ ਕੋਲ ਇੱਕ ਸਾਈਕਲ ਉਹਨਾਂ ਨੇ ਲਿਆ। ਸਾਈਕਲ ਦੇ ਨਾਲ ਹੀ ਸਪੀਕਰ ਲਗਾ ਲੈਣਾ ਤੇ ਨਾਲ ਹੀ ਕਿਸ ਤਰ੍ਹਾਂ ਦਾ ਮਾਈਕ ਜਿਹੜਾ ਹੁੰਦਾ ਸੀਗਾ ਲੀਡ ਵਾਲਾ, ਉਹ ਨਾਲ ਲਗਾ ਕੇ ਤੇ ਪਿੰਡਾਂ ਜਾ ਕੇ ਤੇ ਮਤਲਬ ਚੌਂਕ 'ਚ ਕਿਸੇ 'ਚ ਵੀ ਖਲੋ ਜਾਣਾ, ਉੱਥੇ ਜਾ ਕੇ ਪ੍ਰਚਾਰ ਕਰਨਾ। ਤੇ ਮੰਮੀ ਜੀ ਨਾਲ ਹੁੰਦੇ ਸੀ ਤੇ ਮੰਮੀ ਜੀ ਉਹਨਾਂ ਸਮੇਂ ਦੇ ਵਿੱਚ ਸਾੜੀਆਂ ਪਾਉਣ ਦਾ ਰਿਵਾਜ ਸੀਗਾ, ਉਹ ਸਾੜੀ ਪਾਉਂਦੇ ਰਹੇ ਤੇ ਉੱਥੇ ਮਤਲਬ ਜਿਹੜੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਖੜੇ ਹੋਣਾ, ਉਸ ਪਿੰਡ ਦੇ ਵਿੱਚ ਜਾ ਕੇ ਤੇ ਜਦੋਂ ਉਹਨਾਂ ਨੇ ਭਜਨ ਕਰਨੇ, ਆਪੇ ਡਫਲੀ ਵਜਾ ਕੇ, ਡਫਲੀ ਹੁੰਦੀ ਸੀ ਉਹਨਾਂ ਕੋਲ, ਡਫਲੀ ਵਜਾ ਕੇ ਜਦੋਂ ਭਜਨ ਗਾਣੇ ਸ਼ੁਰੂ ਹੋਏ, ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤੇ ਕੁਝ ਲੋਕ ਉਹਨਾਂ ਨੂੰ ਮਖੌਲ ਕਰਦੇ ਰਹੇ ਵੀ ਇਹ ਬੰਦੇ ਨੇ ਮਤਲਬ ਜਿਹੜਾ ਵਾ ਗੀਤ ਗਾਣੇ ਆ ਤੇ ਇਹ ਜਨਾਨੀ ਨੇ ਨੱਚਣਾ ਵਾ ਨਾਲ, ਤੇ ਮਨੋਰੰਜਨ ਕਰਨ ਦੇ ਵਾਸਤੇ। ਮਤਲਬ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਇੰਨਾ ਪਰਮੇਸ਼ਰ ਦੇ ਵਚਨ ਦੇ ਬਾਰੇ ਕੋਈ ਨੌਲੇਜ ਨਹੀਂ ਸੀ ਹੁੰਦਾ ਤੇ ਜਿਹੜਾ ਮਤਲਬ ਲੋਕ ਇਸ ਚੀਜ਼ ਨੂੰ ਮਜ਼ਾਕ ਸਮਝਦੇ ਰਹੇ ਆ, ਠੀਕ ਹੈ। ਔਰ ਬਹੁਤ ਮਤਲਬ ਦੁੱਖਾਂ ਦੇ ਵਿੱਚ ਲੰਘ ਕੇ ਜਿਹੜੀ ਸੇਵਾ ਕੀਤੀ। ਕਈ ਵਾਰੀ ਖਾਣ ਨੂੰ ਰੋਟੀ ਨਹੀਂ ਹੋਣੀ, ਕਈ ਵਾਰੀ ਮਤਲਬ ਪਹਿਨਣ ਨੂੰ ਕੱਪੜਾ ਨਹੀਂ ਹੋਣਾ, ਲੇਕਿਨ ਖੁਦਾ ਦੇ ਕਲਾਮ ਨੂੰ ਸੁਣਾਉਣਾ ਬੰਦ ਨਹੀਂ ਕੀਤਾ, ਬੰਦਗੀ ਨੂੰ ਬੰਦ ਨਹੀਂ ਕੀਤਾ, ਪ੍ਰਚਾਰ ਨੂੰ ਬੰਦ ਨਹੀਂ ਕੀਤਾ, ਡਟੇ ਰਹੇ ਹਰ ਹਾਲਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਉਹਨਾਂ ਨੇ ਸੇਵਕਾਈ ਕੀਤੀ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਉਹਨਾਂ ਨੇ ਬ੍ਰਹਮਪੁਰ ਵੀ ਆਏ। ਬ੍ਰਹਮਪੁਰ ਤੋਂ ਬਾਅਦ ਫਿਰ ਇੱਥੇ ਪਿੰਡ ਜੇਲ੍ਹ ਰੋਡ ਦੇ ਉੱਤੇ ਅਬਲ ਖੈਰ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਇੱਥੇ ਜਦੋਂ ਆ ਕੇ ਤੇ ਉਹਨਾਂ ਨੇ ਇੱਕ ਚਰਚ ਬਿਲਡਿੰਗ ਦੀ ਸਥਾਪਨਾ ਕੀਤੀ ਔਰ ਕਾਫੀ ਵੱਡਾ ਚਰਚ ਸੀਗਾ ਉਹ, 15 ਮਰਲੇ ਦੇ ਵਿੱਚ ਚਰਚ ਬਣਿਆ, ਅਜੇ ਤੱਕ ਵੀ ਬਣਿਆ ਦਾ ਉਹ ਚਰਚ। ਤੇ ਉਸ ਸਮੇਂ ਦੇ ਵਿੱਚ ਵੀ ਮਤਲਬ 15 ਮਰਲੇ ਉੱਤੇ ਲੈਂਟਰ ਪਾਉਣਾ ਜਿਹੜਾ ਬੜਾ ਔਖਾ ਸੀਗਾ, ਲੇਕਿਨ ਉਸ ਵੇਲੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਲੋਕ ਨਾਲ ਸੀਗੇ, ਉਹਨਾਂ ਦੀ ਸਪੋਰਟ ਦੇ ਸਦਕਾ ਉਹਨਾਂ ਨੇ ਸਾਰਿਆਂ ਨੇ, ਜਦੋਂ ਉਹਨਾਂ ਦੇ ਜੀਵਨ 'ਚ ਚਮਤਕਾਰ ਹੁੰਦੇ ਸੀਗੇ, ਲੋਕ ਖੁਦਾ ਨਾਲ ਜੁੜਦੇ ਜਾਂਦੇ ਸੀ, ਸੱਚਾ ਕਲਾਮ ਸੁਣਦੇ ਸੀ, ਆਤਮਿਕ ਬਰਕਤਾਂ ਨੂੰ ਹਾਸਲ ਕਰਦੇ ਸੀਗੇ। ਉਹਨਾਂ ਦੀ ਸੇਵਕਾਈ ਦੇ ਦੁਆਰਾ ਮਤਲਬ ਬਹੁਤ ਸਾਰੇ ਪਾਸਟਰ ਸਾਹਿਬਾਨ ਜਦੋਂ ਤਿਆਰ ਹੋਏ, ਸੇਵਕ ਤਿਆਰ ਹੋਏ, ਜਦੋਂ ਉਹਨਾਂ ਦੇ ਦੁਆਰਾ ਬਿਸ਼ਪ ਤਿਆਰ ਹੋਏ, ਉਹਨਾਂ ਸਾਰਿਆਂ ਨੇ ਫਿਰ ਸਪੋਰਟ ਕਰਨੀ ਸ਼ੁਰੂ ਕੀਤੀ ਤੇ ਸਾਰਿਆਂ ਨੇ ਰਲ ਮਿਲ ਕੇ ਜਦੋਂ ਸਪੋਰਟ ਕਰਨੀ ਸ਼ੁਰੂ ਕੀਤੀ ਤੇ ਕਲੀਸਿਆ ਨੇ ਵੀ ਸਪੋਰਟ ਕਰਨੀ ਸ਼ੁਰੂ ਕੀਤੀ। ਫਿਰ ਚਰਚ ਦੀ ਸਥਾਪਨਾ ਉੱਥੇ ਕੀਤੀ। ਫਿਰ ਉਸ ਤੋਂ ਬਾਅਦ ਵੀ ਉਸ ਚਰਚ ਦਾ ਵੀ ਕੋਈ ਮਤਲਬ ਕੋਈ ਪੰਚਾਇਤੀ ਝਗੜਾ ਜਿਹੜਾ ਚੱਲ ਪਿਆ, ਉਸ ਚੀਜ਼ ਦਾ ਵੀ ਉਹਨਾਂ ਸਾਹਮਣਾ ਕਰਨਾ ਪਿਆ। ਇੱਕ ਗਰੁੱਪ ਕਹਿੰਦਾ ਸੀਗਾ ਕਿ ਚਰਚ ਸਾਡਾ, ਦੂਸਰਾ ਗਰੁੱਪ ਕਹਿੰਦਾ ਸੀ ਸਾਡਾ। ਉਹ ਇਸ ਤਰ੍ਹਾਂ ਆਪਸ 'ਚ ਝਗੜਾ ਸੀਗਾ ਉਹਨਾਂ ਦਾ।
ਬਾਰ-ਬਾਰ ਉਹ ਲੜਾਈ ਝਗੜਾ ਜਿੱਤਣ ਕਰਨ ਤੋਂ ਬਾਅਦ ਵੀ ਉਹ ਕੇਸ ਜਿੱਤਿਆ ਵੀ ਗਿਆ, ਲੇਕਿਨ ਫਿਰ ਵੀ ਝਗੜਾ ਬੰਦ ਨਹੀਂ ਹੁੰਦਾ। ਡੈਡੀ ਉਹਨਾਂ ਨੇ ਉਹ ਚਾਬੀ ਜਿਹੜੀ ਉੱਥੇ ਦੇ ਦਿੱਤੀ, ਉੱਥੋਂ ਵੀ ਛੱਡ ਕੇ ਜਿਹੜਾ ਇਹ ਅੱਗੇ ਫਿਰ ਜਿਸ ਤਰ੍ਹਾਂ ਇੱਕ ਘੁੰਮਣ ਵਾਲਾ ਫਕੀਰ ਹੁੰਦਾ ਹੈ, ਉਸੇ ਤਰੀਕੇ ਫਿਰ ਸੇਵਕਾਈ ਸ਼ੁਰੂ ਕਰ ਦਿੱਤੀ। ਜਦੋਂ ਉੱਥੋਂ ਛੱਡ ਦਿੱਤਾ ਉਹਨਾਂ ਨੇ, ਤੇ ਇਹਨਾਂ ਦੇ ਸਹਿਯੋਗੀ ਜਿਹੜੇ ਆ ਮਤਲਬ ਬਿਸ਼ਪ ਡਾਕਟਰ ਚਮਨ ਲਾਲ ਜੀ ਔਰ ਹੋਰ ਸੇਵਕ ਸਾਥੀ ਜਿਹੜੇ ਉਹ ਮਤਲਬ ਬਿਲਕੁਲ ਇਹਨਾਂ ਤੋਂ ਸਟਾਰਟਿੰਗ ਤੋਂ ਇਹਨਾਂ ਦੇ ਨਾਲ ਰਹੇ ਨੇ, ਤੇ ਉਹਨਾਂ ਨੇ ਮਤਲਬ ਇਹਨਾਂ ਦੀ ਪੂਰੇ ਤਰੀਕੇ ਨਾਲ ਸਪੋਰਟ ਕੀਤੀ ਹੈ। ਹੋਰ ਵੀ ਪਾਸਟਰ ਸਾਹਿਬਾਨ ਜਿੰਨੇ ਵੀ ਨੇ ਨਾਲ, ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕੀਤੀ, ਜਿਸ ਤਰ੍ਹਾਂ ਪਾਸਟਰ ਰਜੇਸ਼ ਕੁਮਾਰ ਮਿੰਟਾ ਜੀ, ਫਾਦਰ ਵਿਕਟਰ ਮਸੀਹ ਜੀ, ਠੀਕ ਹੈ, ਜਿਨ੍ਹਾਂ ਨੂੰ ਹੁਣ ਤੱਕ ਵੀ ਅਸੀਂ ਵੇਖਦੇ ਹਾਂ, ਮਤਲਬ ਪਾਸਟਰ ਚਮਨ ਲਾਲ ਜੀ ਲੱਖੋਵਾਲ ਤੋਂ, ਇਹਨਾਂ ਨੂੰ ਅਸੀਂ ਵੇਖਿਆ ਵਾ ਵੀ ਮਤਲਬ ਹਰ ਤਰੀਕੇ ਨਾਲ ਸਪੋਰਟ ਕੀਤੀ ਹੈ। ਜਿਹੜੇ ਸੇਵਕ ਮਤਲਬ ਆਪਣੇ ਮਿਨਿਸਟਰੀਆਂ ਕਰ ਵੀ ਰਹੇ, ਜਿਹੜੇ ਇਹਨਾਂ ਦੁਆਰਾ ਤਿਆਰ ਹੋਏ ਆਪਣੇ ਮਿਨਿਸਟਰੀਆਂ ਸੇਵਕਾਈ ਕਰ ਵੀ ਰਹੇ ਆ, ਲੇਕਿਨ ਫਿਰ ਵੀ ਉਹ ਇਹਨਾਂ ਨੂੰ ਆ ਕੇ ਸਪੋਰਟ ਕਰਦੇ ਸੀਗੇ, ਤੇ ਉਹ ਇਹਨਾਂ ਦੇ ਨਾਲ ਡਟੇ ਰਹੇ, ਖੜੇ ਰਹੇ, ਤੇ ਉਹਨਾਂ ਨੇ ਮਤਲਬ ਜਿਹੜਾ ਵਾ ਇਹਨਾਂ ਦੀ ਸੇਵਕਾਈ ਨੂੰ ਅੱਗੇ ਵਧਾਇਆ। ਫਿਰ ਜਦੋਂ ਇਹਨਾਂ ਦੀ ਸੇਵਕਾਈ ਨੂੰ ਮਤਲਬ ਸੰਸਥਾ ਜਿਹੜੀ ਹੈ ਬੈਸਦਾ ਰਿਵਾਈਵਲ ਮਿਨਿਸਟਰੀ ਇੰਟਰਨੈਸ਼ਨਲ ਅਤੇ ਕ੍ਰਿਸਚੀਅਨ ਲਾਈਫ ਚਰਚ ਆਫ ਪੰਜਾਬ ਦੇ ਵੱਲੋਂ ਇਹਨਾਂ ਨੂੰ ਜਿਹੜਾ ਬਿਸ਼ਪ ਦਾ ਜਿਹੜਾ ਵਾ ਮਾਨ ਸਨਮਾਨ ਦਿੱਤਾ ਗਿਆ, ਬਿਸ਼ਪ ਦੇ ਅਹੁਦੇ ਤੇ ਜਿਹੜਾ ਇਹਨਾਂ ਨੂੰ ਲਿਆਂਦਾ ਗਿਆ। ਔਰ ਇਹਨਾਂ ਦੀ ਸੇਵਕਾਈ ਨੂੰ ਵੇਖਦੇ ਹਾਂ ਕਿ ਇਹਨਾਂ ਨੇ ਬੜੇ ਦੁੱਖਾਂ ਦੇ ਚੋਂ ਲੰਘ ਕੇ ਜਿਹੜੀ ਸੇਵਕਾਈ ਕੀਤੀ, ਔਰ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀਆਂ ਰੂਹਾਂ ਸਵਰਗੀ ਰਾਜ ਵਾਸਤੇ ਤਿਆਰ ਕੀਤੀਆਂ, ਉਹ ਸੇਵਕਾਈ ਨੂੰ ਵੇਖਦੇ ਹੋਏ ਇਹਨਾਂ ਸੰਸਥਾਵਾਂ ਨੇ ਇਹਨਾਂ ਨੂੰ ਜਿਹੜਾ ਇੱਕ ਬਿਸ਼ਪ ਦੀ ਪਦਵੀ ਦਿੱਤੀ ਹੈ। ਇਹ ਉਹਨਾਂ ਦੀ ਛਾਪੀਆਂ ਹੋਈਆਂ ਕਿਤਾਬਾਂ, ਸਾਡੇ ਕੋਲ ਜਿਹੜੀ ਕਿਤਾਬ ਹੈ ਸਭ ਪ੍ਰਕਾਰ ਦੇ ਕਸ਼ਟਾਂ ਤੋਂ ਮੁਕਤੀ, ਠੀਕ ਹੈ, ਤੇ ਇੱਕ ਕਿਤਾਬ ਹੈ ਘੁੰਮਣ ਵਾਲਾ ਫਕੀਰ। ਇਹ ਕਿਤਾਬਾਂ ਦੇ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਜ਼ਿਕਰ ਮਿਲ ਜਾਏਗਾ। ਇੱਕ ਉਹਨਾਂ ਦੀ ਬੁੱਕਸ ਵੀ ਆਈ ਸੀਗੀ ਜਗਤ ਦਾ ਅੰਤ, ਇੱਕ ਨਈ ਆਸ਼ਾ, ਠੀਕ ਹੈ। ਇਹ ਸਾਰੀਆਂ ਕਿਤਾਬਾਂ ਦੇ ਵਿੱਚ ਤੁਹਾਨੂੰ ਜ਼ਿਕਰ ਮਿਲਦਾ ਹੈ ਕਿ ਤੁਸੀਂ ਉਹਨਾਂ ਦੇ ਮਤਲਬ ਜਿਹੜਾ ਲਿਖਿਆ ਹੋਇਆ ਚੀਜ਼ਾਂ ਨੇ, ਉਹਨਾਂ ਤੋਂ ਸਮਝ ਸਕਦੇ ਹੋ ਕਿ ਉਹਨਾਂ ਦੇ ਜੀਵਨ 'ਚ ਕਿਸ ਤਰ੍ਹਾਂ ਦੇ ਦੁੱਖ ਆਏ, ਕਿਸ ਤਰ੍ਹਾਂ ਪਰੇਸ਼ਾਨੀਆਂ ਆਈਆਂ, ਜਿਹੜੀਆਂ ਪਰੇਸ਼ਾਨੀਆਂ ਉਹਨਾਂ ਨੇ ਵਚਨ ਦੇ ਦੁਆਰਾ ਲੋਕਾਂ ਨੂੰ ਸਮਝਾ ਕੇ, ਕਲੀਸਿਆ ਨੂੰ ਸਮਝਾ ਕੇ, ਤੇ ਆਪ ਵੀ ਮਜ਼ਬੂਤ ਰਹੇ ਤੇ ਕਲੀਸਿਆ ਨੂੰ ਵੀ ਮਜ਼ਬੂਤ ਰਹਿਣ ਵਾਸਤੇ ਉਹਨਾਂ ਨੇ ਖੜਾ ਕੀਤਾ। ਕਿਉਂਕਿ ਬਿਨਾਂ ਪੈਸੇ ਤੋਂ ਸੇਵਕਾਈ ਕਰਨੀ, ਬਿਨਾਂ ਵਿਦੇਸ਼ੀ ਮਦਦ ਤੋਂ ਸੇਵਕਾਈ ਕਰਨੀ ਬੜੀ ਹੀ ਔਖੀ ਸੀਗੀ। ਇੱਕ ਪਾਸੇ ਮਤਲਬ ਹਜ਼ਾਰਾਂ ਕਰੋੜਾਂ ਲੱਖਾਂ ਜਿਹੜਾ ਪੈਸੇ ਵਾਲੀਆਂ ਮਿਸ਼ਨਾਂ, ਔਰ ਇੱਕ ਪਾਸੇ ਇੱਕ ਬੰਦਾ ਇਕੱਲਾ ਜਿਹੜਾ ਸੇਵਕਾਈ ਕਰ ਰਿਹਾ ਬਿਨਾਂ ਪੈਸੇ ਤੋਂ, ਬਿਨਾਂ ਕਿਸੇ ਸਪੋਰਟ ਲਏ, ਉਹਦੇ ਵਾਸਤੇ ਕੰਮ ਬੜਾ ਮੁਸ਼ਕਲ ਸੀ। ਲੇਕਿਨ ਸੰਗਤ ਦੇ ਸਹਿਯੋਗ ਦੇ ਨਾਲ ਔਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹਨਾਂ ਨੇ ਇੱਕ ਅੱਛੀ ਸੇਵਕਾਈ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਕੀਤੀ ਰਹਿ ਕੇ ਪ੍ਰਭੂ ਨੇ ਉਹਨਾਂ ਬਹੁਤ ਸਫਲਤਾ ਦਿੱਤੀ। ਉਹਨਾਂ ਦੇ ਬਾਰੇ ਲੋਕ ਪੁੱਛਦੇ ਆ ਮੇਰੇ ਕੋਲ ਕਿ ਕਿਸ ਤਰ੍ਹਾਂ ਦੀ ਜੀਵਨੀ ਜੀਂਦੇ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਉਹ ਇੱਕ ਫਕੀਰ ਰੂਹ ਹੀ ਫਕੀਰ ਦੀ ਤਰ੍ਹਾਂ ਆਏ, ਔਰ ਇੱਕ ਫਕੀਰ ਦੀ ਤਰ੍ਹਾਂ ਪ੍ਰਭੂ ਦੀ ਸੇਵਾ ਕਰਦੇ ਹੋਏ ਉਹਨਾਂ ਨੇ ਆਪਣਾ ਜੀਵਨ ਗੁਜ਼ਾਰਿਆ। 91 ਦੇ ਵਿੱਚ ਬਟਾਲੇ ਜਦੋਂ ਚਰਚ ਲਾਉਂਦੇ ਸੀ, ਤੇ ਉੱਥੇ ਉਹਨਾਂ ਦੇ ਦੁਆਰਾ ਮੈਂ ਵਚਨ ਸੁਣਿਆ, ਔਰ ਵਚਨ ਸੁਣਨ ਦੇ ਬਾਅਦ ਬਪਤਿਸਮਾ ਲਿਆ। ਬਪਤਿਸਮਾ ਲੈ ਕੇ ਫਿਰ ਮੈਂ ਪ੍ਰਭੂ ਵਿੱਚ ਚੱਲਣਾ ਸ਼ੁਰੂ ਕੀਤਾ। ਫਿਰ ਉਹਨਾਂ ਨੇ ਮੈਨੂੰ 1992 ਦੇ ਵਿੱਚ ਪਾਸਟਰ ਨਿਯੁਕਤ ਕਰ ਦਿੱਤਾ, ਜੋ ਕਿ ਮੈਨੂੰ ਬਟਾਲੇ ਤੋਂ ਗੁਰਦਾਸਪੁਰ ਅਬਦੁਲ ਖੈਰ ਜਿਹੜਾ ਚਰਚ ਸੀ ਉਹਦੇ ਵਿੱਚ ਲਿਆਂਦਾ ਗਿਆ। ਔਰ ਉਹਦੇ ਬਾਅਦ ਲਗਾਤਾਰ ਅਸੀਂ ਪ੍ਰਭੂ ਦੀ ਸੇਵਾ ਵਿੱਚ ਵਧਦੇ ਗਏ, ਔਰ ਮੈਂ 2.5 ਸਾਲ ਜਿਹੜੇ ਸੀ ਉਹ ਪਾਸਟਰ ਸਤੀਸ਼ ਜੀ ਦੇ ਨਾਲ ਰਹਿ ਕੇ ਸੇਵਾ ਕੀਤੀ ਇੱਕ ਸ਼ਿਸ਼ਿਆ ਦੇ ਰੂਪ ਵਿੱਚ। ਔਰ ਉਹਨਾਂ ਦੇ ਜੀਵਨ ਤੋਂ ਮੈਂ ਬਹੁਤ ਹੀ ਕੁਝ ਸਿੱਖਿਆ, ਔਰ ਬਹੁਤ ਹੀ ਵਧੀਆ ਉਹਨਾਂ ਨੇ ਸਾਨੂੰ ਵਚਨ ਸਿਖਾਏ, ਔਰ ਆਤਮਿਕ ਗੁਣ ਵੀ ਸਿਖਾਏ, ਔਰ ਆਤਮਿਕ ਗੱਲਾਂ ਵੀ ਉਹਨਾਂ ਨੇ ਸਾਨੂੰ ਸਿਖਾਈਆਂ। ਸੇਵਕਾਈ ਦੇ ਜਿੰਨੇ ਵੀ ਸਾਨੂੰ ਉਹਨਾਂ ਨੇ ਢੰਗ ਤਰੀਕੇ ਸੀ, ਸਾਨੂੰ ਸੇਵਕਾਈ 'ਚ ਕਿੱਦਾਂ ਚੱਲਣਾ ਚਾਹੀਦਾ ਹੈ, ਸੇਵਕਾਈ 'ਚ ਕਿੱਦਾਂ ਕਰਨੀ ਹੈ, ਸੇਵਕਾਈ 'ਚ ਕਿੱਦਾਂ ਰਹਿਣਾ ਹੈ, ਸੇਵਕਾਈ 'ਚ ਕਿੱਦਾਂ ਬਹਿਣਾ ਹੈ, ਉਹਨਾਂ ਸਾਰਾ ਹੀ ਸਾਨੂੰ ਉਹਨਾਂ ਨੇ ਸਿਖਾਇਆ। ਔਰ ਅਲੱਗ-ਅਲੱਗ ਤਰੀਕੇ ਨਾਲ ਸਮੇਂ-ਸਮੇਂ 'ਤੇ ਉਹਨਾਂ ਨੇ ਸਾਨੂੰ ਬਾਈਬਲ ਸਟੱਡੀ ਦੀ ਵੀ ਜਿਹੜੀ ਪ੍ਰੇਰਨਾ ਦਿੰਦੇ ਰਹੇ। ਵਿੱਚ ਉਹਨਾਂ ਨੇ ਕਾਫੀ ਸਾਲ ਜਿਹੜਾ ਸੀ ਉਹਨਾਂ ਨੇ ਬਾਈਬਲ ਟ੍ਰੇਨਿੰਗ ਜਿਹੜੀ ਸੀ ਸਾਨੂੰ ਉਹਨਾਂ ਨੇ ਸਿਖਾਈ, ਔਰ ਸਪੈਸ਼ਲ ਸਾਨੂੰ ਉਹ ਸੇਵਕਾਈ ਦੇ ਵਾਸਤੇ ਬੜਾ ਉਤਸ਼ਾਹ ਕਰਦੇ ਰਹੇ। ਜਦੋਂ ਕਿ 1994 ਦੇ ਵਿੱਚ ਮੈਨੂੰ ਉਹਨਾਂ ਨੇ ਧਾਰੀਵਾਲ ਵਿੱਚ ਨਿਯੁਕਤ ਕਰ ਦਿੱਤਾ ਕਿ ਤੁਸੀਂ ਧਾਰੀਵਾਲ ਵਿੱਚ ਜਾ ਕੇ ਤੇ ਪ੍ਰਭੂ ਦੀ ਸੇਵਾ ਕਰਨੀ ਹੈ। ਔਰ 92 ਤੋਂ ਲੈ ਕੇ ਤੇ 94 ਤੱਕ ਮੈਂ ਉਹਨਾਂ ਦੇ ਨਾਲ ਜਿਹੜੀ ਸੇਵਾ ਦੇ ਵਿੱਚ ਲੱਗਾ ਰਿਹਾ। ਫਿਰ ਧਾਰੀਵਾਲ ਚਰਚ ਸ਼ੁਰੂ ਹੋਣ ਦੇ ਬਾਅਦ ਫਿਰ ਅਸੀਂ ਹਰ ਮਹੀਨੇ
ਔਰ 15 ਦਿਨ ਦੇ ਬਾਅਦ ਜਦ ਵੀ ਟਾਈਮ ਮਿਲਣਾ ਪਾਸਟਰ ਜੀ ਨੂੰ ਅਸੀਂ ਸੋਲ ਜੋ ਚਰਚ ਹੈ ਉਹਦੇ ਵਿੱਚ ਆਣ ਕੇ ਮੇਲ ਮਿਲਾਪ ਕਰਦੇ ਰਹੇ। ਲੋਕਡਾਊਨ ਦੇ ਦੌਰਾਨ ਵਿੱਚ ਵੀ ਅਸੀਂ ਬਹੁਤ ਹੀ ਪ੍ਰਭੂ ਦੀ ਸੇਵਕਾਈ ਦੇ ਵਿੱਚ ਯੋਗਦਾਨ ਪਾਇਆ। ਅਸੀਂ ਆਪਣੀ ਜਾਨ ਨੂੰ ਨਹੀਂ ਦੇਖਿਆ ਤਾਂ ਕਿ ਲੋਕਾਂ ਦੇ ਵਿੱਚ ਜਾ ਕੇ ਵਿਚਰੇ, ਲੋਕਾਂ ਨੂੰ ਜਾ ਕੇ ਫਿਰ ਵੀ ਪ੍ਰਭੂ ਦਾ ਸ਼ੁਭ ਸਮਾਚਾਰ ਸੁਣਾਇਆ। ਔਰ ਅਸੀਂ ਕਿਹਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਡਰਨਾ ਨਹੀਂ, ਇਹ ਤਾਂ ਬਾਈਬਲ ਦੇ ਵਿੱਚ ਪਹਿਲੇ ਹੀ ਲਿਖੀਆਂ ਹੋਈਆਂ ਨੇ। ਮੇਰੇ ਫਾਦਰ ਸਾਲਵੇਸ਼ਨ ਆਰਮੀ ਦੇ ਮੇਜਰ ਰਹੇ, ਰਿਟਾਇਰ ਹੋ ਗਏ। ਉਹਨਾਂ 40 ਸਾਲ ਸੇਵਾ ਕੀਤੀ ਮੁਕਤੀ ਫੌਜ ਦੀ। ਤੇ ਉਹਨਾਂ ਨੇ ਵੀ ਮੈਨੂੰ ਕਦੀ ਬੜੀ ਵਾਰੀ ਮੈਨੂੰ ਕਿਹਾ ਕਿ ਤੂੰ ਭਾਰਤੀ ਬਣ ਜਾ, ਮੁਕਤੀ ਫੌਜ ਦਾ। ਮੈਂ ਕਿਹਾ ਵੀ ਮੈਂ ਨਹੀਂ ਬਣਨਾ। ਬੜੀ ਵਾਰੀ ਬਹੁਤ ਵਾਰੀ ਜਵਾਬ ਦਿੱਤਾ। ਇੱਕ ਵਾਰੀ ਮੁਕਤੀ ਫੌਜ ਵਾਲੇ ਮੈਨੂੰ ਆਸਟ੍ਰੇਲੀਆ ਭੇਜ ਦੇ ਗਏ 1982 ਸਾਲ ਵਿੱਚ, ਟ੍ਰੇਨਿੰਗ ਕਰ ਲਈ। ਉਹ ਵੀ ਸਾਡਾ ਕੰਮ ਇਸ ਤਰ੍ਹਾਂ ਵਿੱਚ ਰਹਿ ਗਿਆ। ਮੈਂ ਤੇ ਰਜ਼ਾਮੰਦੀ ਸੋ ਕਹਿੰਦੇ ਵੀ ਬੱਚਾ ਨਹੀਂ ਜਾ ਸਕਦਾ ਜੀ ਨਾਲ ਕੋਈ ਵੀ। ਇਸ ਕਰਕੇ ਮੇਰੀ ਸੇਵਾ ਉਦੋਂ ਅਧੂਰੀ ਰਹਿ ਗਈ। ਫਿਰ ਸਮਾਂ ਬੀਤਦਾ ਗਿਆ। ਮੈਂ 1982 ਸਾਲ ਵਿੱਚ ਬਾਹਰ ਕੁਵੈਤ ਚਲਾ ਗਿਆ। ਕੁਵੈਤ ਮੇਰੇ ਉਂਗਲ ਤੇ ਸੱਟ ਲੱਗ ਗਈ। ਮੈਂ 3 ਮਹੀਨੇ ਲਗਾਤਾਰ ਦੁਆ ਕਰਦਾ ਰਿਹਾ ਕਿ ਪ੍ਰਭੂ ਯਿਸੂ ਮਸੀਹ ਇੱਕ ਇਹੋ ਜਿਹਾ ਸੰਤ ਭੇਜੋ ਜਿਹਦੇ ਨਾਲ ਮਿਲ ਕੇ ਮੈਂ ਤੁਹਾਡੀ ਸੇਵਾ ਨੂੰ ਪੂਰਾ ਕਰਾਂ। ਹੌਲੀ ਹੌਲੀ ਟਾਈਮ ਬੀਤਦਾ ਗਿਆ। 82 ਦੀ ਦੁਆ ਕੀਤੀ 3 ਮਹੀਨੇ। 1987 ਸਾਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਸੰਤ ਪਾਸਟਰ ਸਤੀਸ਼ ਕੁਮਾਰ ਨੂੰ ਸਾਡੇ ਪਿੰਡ ਕਿਸੇ ਦੇ ਘਰ ਭੇਜਿਆ। ਉਹਨਾਂ ਨੇ ਬੰਦਗੀ ਰਖਵਾਈ। ਮੈਂ ਵੀ ਉਹਨਾਂ ਦੇ ਘਰ ਬੰਦਗੀ 'ਤੇ ਗਿਆ। ਬੰਦਗੀ ਸਮਾਪਤ ਹੋਣ ਤੋਂ ਬਾਅਦ ਪਾਸਟਰ ਸਾਹਿਬ ਨੂੰ ਕਿਹਾ, ਮੈਂ ਪਾਸਟਰ ਸਾਹਿਬ ਸਾਡੇ ਘਰ ਆਇਓ, ਦੁਆ ਕਰਨੀ ਆ। ਪਾਸਟਰ ਸਾਹਿਬ ਨੇ 2-3 ਵਾਰੀ ਕਿਹਾ ਕਿ ਟਾਈਮ ਨਹੀਂ, ਅੱਜ ਫੇਰ ਆਵਾਂਗੇ। ਮੈਂ ਕਿਹਾ ਨਹੀਂ, ਖੜੇ ਖੜੇ ਹੀ ਦੁਆ ਕਰਕੇ ਤੁਸੀਂ ਬੇਸ਼ੱਕ ਚਲੇ ਜਾਇਓ। 2-3 ਵਾਰ ਮੇਰੇ ਕਹਿਣ 'ਤੇ ਪਾਸਟਰ ਸਾਹਿਬ ਸਾਡੇ ਘਰ ਆਏ। ਜਦੋਂ ਉਹਨਾਂ ਆ ਕੇ ਪ੍ਰਾਰਥਨਾ ਕੀਤੀ ਤੇ ਪਾਸਟਰ ਸਾਹਿਬ ਕਹਿੰਦੇ ਕਿ ਬ੍ਰਦਰ, ਤੁਹਾਡੇ ਉੱਤੇ ਪ੍ਰਭੂ ਦਾ ਆਤਮਾ ਵਾ ਤੇ ਤੁਸੀਂ ਪ੍ਰਭੂ ਦੀ ਸੇਵਾ ਕਰ ਰਹੀ ਹੋ। ਤੇ ਮੈਨੂੰ ਫਿਰ ਜੋ ਮੈਂ ਵਾਅਦਾ ਕੀਤਾ ਸੀ 1966 ਸਾਲ ਵਿੱਚ ਸੇਵਾ ਕਰਨ ਦਾ, ਉਸ ਗੱਲ ਦਾ ਚੇਤਾ ਭੁੱਲ ਗਿਆ। ਉਹਨਾਂ ਦਿਨਾਂ ਵਿੱਚ ਜਦੋਂ ਸੰਤਾਂ ਦਾ ਮੇਲ ਮਿਲਾਪ ਹੋਇਆ 1987 ਵਿੱਚ, ਮੈਂ ਇੱਕ ਲੇਬਰ ਸੁਸਾਇਟੀ ਬਣਾਈ ਸਰਕਾਰ ਦੀ, ਜੋ ਸਰਕਾਰੀ ਠੇਕੇ ਲਈ ਦੇ ਗਏ। ਤੇ ਮੈਂ ਠੇਕੇ ਲਈ ਤੇ ਪੈਸੇ ਬੜੇ ਫਸ ਗਏ ਤੇ ਪੈਸੇ ਵੀ ਨਹੀਂ ਮਿਲਦੇ। ਮੈਂ ਫਿਰ ਸੰਤਾਂ ਨਾਲ ਬਾਅਦ 'ਚ ਗੱਲ ਕੀਤੀ ਕਿ ਸੰਤ ਜੀ ਮੇਰੇ ਪੈਸੇ ਬੜੇ ਫਸੇ ਆ। ਸੰਤ ਕਹਿੰਦੇ ਵੀ ਤੁਹਾਨੂੰ ਪ੍ਰਭੂ ਦੀ ਸੇਵਾ ਕਰਨੀ ਪੈਣੀ ਹੈ, ਤੁਹਾਡਾ ਕੰਮ ਹੀ ਨਹੀਂ ਆ। ਮੈਂ ਕਿਹਾ ਠੀਕ ਹੈ ਜੀ। ਮੈਂ ਸੰਤਾਂ ਦੇ ਕਹਿਣ 'ਤੇ ਰਜ਼ਾਮੰਦ ਹੋ ਗਿਆ। ਆਪਣੇ ਡੈਡੀ ਦੇ ਕਹਿਣ 'ਤੇ ਮੈਂ ਪਹਿਲਾਂ ਨਹੀਂ ਮੰਨਦਾ ਕਿ ਮੈਂ ਸੇਵਾ ਕਰਾਂਗਾ, ਪਰ ਸੰਤਾਂ ਨੂੰ ਮੈਂ ਜਵਾਬ ਨਹੀਂ ਦੇ ਸਕਿਆ। ਮੈਂ ਠੀਕ ਹੈ ਜੀ, ਮਨਜ਼ੂਰ ਹੈ, ਹੁਣ ਕਰਾਂਗੇ ਸੇਵਾ। ਉਹ ਕਹਿੰਦੇ ਪਰਮੇਸ਼ਰ ਦਾ ਆਤਮਾ ਤੁਹਾਡੇ ਤੇ, ਤੁਹਾਨੂੰ ਇੱਕ ਕੰਮ ਕਰਨਾ ਪੈਣਾ, ਬਪਤਿਸਮਾ ਲੈਣਾ ਪੈਣਾ। ਮੈਂ ਠੀਕ ਹੈ ਜੀ। ਸਾਲ ਬਾਅਦ ਫਿਰ ਉਹਨਾਂ ਮੈਨੂੰ ਬਪਤਿਸਮਾ ਦੇ ਦਿੱਤਾ 1988 ਵਿੱਚ। 1999 ਵਿੱਚ ਪਿਤਰ ਆਤਮਾ ਦੀ ਸ਼ਕਤੀ ਨਾਲ ਪ੍ਰਭੂ ਨੇ ਭਰਪੂਰ ਕਰ ਦਿੱਤਾ ਆਪਣੇ ਵਾਅਦਿਆਂ ਅਨੁਸਾਰ ਕਿ ਮੈਂ ਜਿਹੜਾ ਬਪਤਿਸਮਾ ਦੇਗਾ ਉਹਨੂੰ ਪਿਤਰ ਆਤਮਾ ਦੀ ਸ਼ਕਤੀ ਦਾਨ 'ਚ ਬਖਸ਼ਾਂਗਾ। 3 ਦਿਨ ਲਗਾਤਾਰ ਪਿਤਰ ਆਤਮਾ ਦਾ ਬਹੁਤ ਜ਼ੋਰ ਰਿਹਾ। ਸਾਡੇ ਪਿੰਡ ਵਿੱਚ ਲੋਕ ਇਹੀ ਕਹਿੰਦੇ ਰਹੇ ਕਿ ਡਾਕਟਰ ਜਦਾਈ ਹੋ ਗਿਆ। ਇੱਕ ਜੱਟਾਂ ਦਾ ਮੁੰਡਾ ਮੇਰੇ ਨਾਲ ਪੜ੍ਹਦਾ, ਉਹ ਕਹਿੰਦਾ ਵੀ ਇਹ ਡਾਕਟਰ ਜਦਾਈ ਨਹੀਂ ਹੋ ਸਕਦਾ, ਪਿੰਡ ਸਾਰਾ ਜਦਾਈ ਹੋ ਸਕਦਾ। ਲੋਕਾਂ ਨੇ ਹਾਸਾ ਪਾ ਦਿੱਤਾ। ਅੱਜ ਮੈਂ ਉਹ ਪ੍ਰਭੂ ਦੇ ਇਹ ਚਮਤਕਾਰ ਵੇਖਣ ਡਿਆ। ਤੇ ਮੈਂ ਉਸ ਤੋਂ ਪਹਿਲਾਂ 82 ਤੋਂ ਪਹਿਲਾਂ ਮੈਂ ਫਰਾਂਸਿਸ ਨਿਊਟਨ ਹਸਪੀਟਲ ਫਿਰੋਜ਼ਪੁਰ ਕੈਂਟ ਲੈਬਾਰਟਰੀ ਟੈਕਨੀਸ਼ੀਅਨ ਦੀ ਟ੍ਰੇਨਿੰਗ ਕਰਨ ਲਈ ਗਿਆ ਸੀ। ਮੈਨੂੰ ਅਜੇ 3 ਦਿਨ ਹੀ ਉੱਥੇ ਹੋਏਗੇ ਤੇ ਜਿੰਨੇ ਮਰੀਜ਼ ਬਾਹਰੋਂ ਆਉਂਦੇ ਸੀਗੇ, ਮਰੀਜ਼ ਕਹਿੰਦੇ ਮੈਨੂੰ ਆ ਕੇ ਕਹਿੰਦੇ ਡਾਕਟਰ ਸਾਹਿਬ। ਤੇ ਜਿਹੜੇ ਅਸਲੀ ਡਾਕਟਰ ਹੁੰਦੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਮੈਂ ਫਿਰ ਜੋ ਮਰੀਜ਼ ਚਲੇ ਜਾਂਦੇ ਸੀ ਦੂਸਰੇ ਕਮਰੇ 'ਚ ਜਾ ਕੇ ਦੱਸਦਾ ਵੀ ਇਹ ਕੀ ਡਰਾਮਾ ਵਾ, ਡਾਕਟਰ ਤਾਂ ਉਹ ਹੈ ਤੇ ਮੈਨੂੰ ਕਹੀ ਜਾਂਦੇ ਡਾਕਟਰ ਸਾਹਿਬ। ਡਾਕਟਰ ਸਾਹਿਬ ਜੇ ਤਾਂ ਜੋ ਕਹਿੰਦੇ ਹੈਗੇ ਤੇ ਮੇਰੀ ਇਨਕੁਆਇਰੀ ਹੋ ਗਈ ਵੀ ਤੈਨੂੰ ਡਾਕਟਰ ਕਹਿੰਦੇ, ਜਿਹੜੇ ਡਾਕਟਰ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ। ਮੈਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਹੈਗਾ, ਕੋਈ ਚੇਤਾ ਨਹੀਂ ਵੀ ਇਹ ਕੀ ਗੱਲ ਹੈ। ਹੌਲੀ ਹੌਲੀ ਜੋ ਸਮਾਂ ਬੀਤਦਾ ਗਿਆ, ਜਦੋਂ ਫਿਰ ਸੰਤਾਂ ਨਾਲ ਜੋ ਮੇਲ ਹੋ ਗਏ, ਬਪਤਿਸਮਾ ਲਿਆ, ਇਹ ਸਾਰੀਆਂ ਗੱਲਾਂ ਦਾ ਸੰਤਾਂ ਦੇ ਨਾਲ ਕਾਫੀ ਦੇਰ 3 ਸਾਲ ਮੈਂ ਲਗਾਤਾਰ ਸੰਤ ਕਰਦਾ ਰਿਹਾ। ਸੰਤਾਂ ਦੇ ਜੀਵਨ ਵਿੱਚ ਬੜੇ ਮੈਂ ਅਜੀਬ ਤੇ ਅਨੋਖੇ ਕੰਮ ਵੇਖੇ। ਪਰ ਸੰਤਾਂ ਨੇ ਮੈਨੂੰ ਪਹਿਲੇ ਇਹ ਗੱਲ ਕਹੀ ਕਿ ਪਰਮੇਸ਼ਰ ਦਾ ਆਤਮਾ ਤੁਹਾਡੇ ਦੇ, ਪਰ ਇੱਕੋ ਤੁਹਾਡੇ ਦੇ ਕਮੀ ਹੈ, ਤੁਹਾਨੂੰ ਬਪਤਿਸਮਾ ਲੈਣਾ ਪੈਣਾ ਵਾ। ਜਦੋਂ ਲੈ ਲਿਆ ਉਸ ਤੋਂ ਬਾਅਦ ਮੈਂ ਰੋਜ਼ੇ ਰੱਖਣੇ ਸ਼ੁਰੂ ਕਰ ਦਿੱਤੇ। ਕਿੰਨੀ ਵਾਰੀ ਮੈਂ 40 ਰੋਜ਼ੇ ਰੱਖੇ। ਪ੍ਰਭੂ ਯਿਸੂ ਦੀ ਇੰਨੀ ਕਿਰਪਾ ਹੋਈ ਕਿ 1993 ਸਾਲ 'ਚ ਪ੍ਰਭੂ ਨੇ ਕਿਹਾ ਕਿ ਤੂੰ ਇੰਨੇ ਰੋਜ਼ੇ ਨਾ ਹੁਣ ਰੱਖ, ਤੂੰ ਮੈਂ ਜੋ ਮੰਗੇਗਾ ਮੈਂ ਤੈਨੂੰ ਦਿਆਂਗਾ, ਜੋ ਕਹੇਗਾ ਤੇ ਮੈਂ ਤੈਨੂੰ ਦਿਆਂ ਉਹਦੇ ਲਈ ਉਹ ਕਰਾਂਗਾ। ਤੇ ਤੈਨੂੰ ਮੈਂ ਉਹ ਗੱਲਾਂ ਦੱਸਾਂਗਾ ਜਿਹੜੀਆਂ ਕਿਸੇ ਨੂੰ ਨਹੀਂ ਦੱਸੀਆਂ। ਕਈ ਵਾਰੀ ਮੈਂ ਆਪਣੀਆਂ ਗੱਲਾਂ ਜਿਹੜੀਆਂ ਪ੍ਰਭੂ ਯਿਸੂ ਮਸੀਹ ਨੂੰ ਦੱਸਦੇ ਨੇ, ਦੂਸਰੇ ਪਾਸਟਰਾਂ ਦੀਆਂ ਗੱਲਾਂ ਨਾਲ ਮਿਲਾ ਕੇ ਵੇਖਦਾ ਵਾ। ਤਾਂ ਸੱਚੀ ਗੱਲ ਹੈ ਕਿ ਉਹ ਕਹਿੰਦੇ ਵੀ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਗਿਆਨ। ਤੇ ਪਾਸਟਰ ਸਾਹਿਬ ਦੇ ਲੰਮੇ ਇਸ ਸੇਵਾ ਦੇ ਜੀਵਨ ਵਿੱਚ 33 ਸਾਲ ਉਹਨਾਂ ਦੇ ਨਾਲ ਮੈਂ ਲਗਾਤਾਰ ਸੇਵਾ ਕੀਤੀ। ਉਹਨਾਂ ਦੀ
ਸੇਵਾ ਦੇ ਦੌਰਾਨ ਉਹਨਾਂ ਦੇ ਮੈਂ ਕੰਮ ਵੇਖ ਕੇ, ਉਹਨਾਂ ਦੇ ਕੋਲੋਂ ਗਿਆਨ ਦੀਆਂ ਗੱਲਾਂ ਸੁਣ ਕੇ ਤੇ ਬਹੁਤ ਪ੍ਰਭਾਵਿਤ ਹੋਇਆ। ਤੇ ਉਹਨਾਂ ਦੇ ਇਸ 33 ਸਾਲ ਦੇ ਮਤਲਬ ਸੇਵਾ ਦੇ ਦੌਰਾਨ ਮੈਂ ਕਦੀ ਵੀ ਸੰਤਾਂ ਨੂੰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰਨਾ। ਨਾ ਸੰਤਾਂ ਨੇ ਕੋਈ ਮੇਰੇ ਨਾਲ ਕੋਈ ਇਹੋ ਜਿਹੀ ਕੋਈ ਗੱਲਬਾਤ ਕੀਤੀ ਤੇ ਵਫਾਦਾਰੀ ਦੇ ਨਾਲ ਉਹਨਾਂ ਦੇ ਨਾਲ ਮੈਂ ਚੱਲਦਾ ਰਿਹਾ ਤੇ ਨਾ ਵੀ ਨਹੀਂ ਕੀਤੀ। ਤੇ ਜੋ ਜਿੱਥੇ ਉਹਨਾਂ ਨੇ ਮੈਨੂੰ ਕਿਹਾ ਮੈਂ ਉੱਥੇ ਗਿਆ ਤੇ ਪ੍ਰਭੂ ਯਿਸੂ ਦੀ ਸੇਵਾ ਨੂੰ ਖੁਸ਼ੀ ਨਾਲ ਪੂਰਾ ਕੀਤਾ। ਹੁਣ ਜਿਉਂ ਟਾਈਮ ਬੀਤਦਾ ਗਿਆ, ਹੁਣ ਉਹ ਸਮਾਂ ਉਹ ਸਾਲ ਹੀ ਇੱਕ ਦੂਜੇ ਤੋਂ ਦੂਰ ਦੂਰ ਰਹੇ, ਪਰ ਕਦੀ ਕਦੀ ਮਹੀਨੇ ਵਿੱਚ 2-3 ਵਾਰੀ ਇਸ ਤਰ੍ਹਾਂ ਮੇਲ ਮਿਲਾਪ ਹੋ ਜਾਂਦਾ ਸੀ ਤੇ ਗੱਲਬਾਤ ਕਰਦੇ ਗਏ। ਤੇ ਪ੍ਰਭੂ ਯਿਸੂ ਦੀ ਫਿਰ ਕਿਰਪਾ ਜਿਉਂ ਵੱਧਦੀ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਲੰਮਾ ਚੌੜਾ ਏਰੀਆ ਮੈਨੂੰ ਦਿੱਤਾ ਸੀ, ਉੱਥੇ ਜਾ ਕੇ ਮੈਂ ਬੜੀ ਦੂਰ ਜਾ ਕੇ ਰੋਜ਼ 200 ਕਿਲੋਮੀਟਰ ਮੋਟਰਸਾਈਕਲ ਚਲਾਉਂਦਾ ਸੀ। ਮੈਂ ਇਕੱਲਾ ਹੀ ਚਲਾ ਜਾਂਦਾ ਸੀਗਾ। ਪ੍ਰਭੂ ਯਿਸੂ ਨਾਲ ਅਸੀਂ ਉਹ ਕੰਮ ਕਰਦੇ ਗਏ ਜਿਹੜੇ ਅੱਗੇ ਉਸ ਏਰੀਏ ਦੇ ਕਿਸੇ ਨੇ ਵੀ ਨਹੀਂ ਕੀਤੇ। ਕਿਸੇ ਜਦੋਂ ਲੰਮੀ ਸੇਵਾ ਦੇ ਵਿੱਚ ਪ੍ਰਭੂ ਦੇ ਸੰਤਾਂ ਦੇ ਨਾਲ ਸੇਵਾ ਕੀਤੀ ਤੇ ਕੁਝ ਸਮਾਂ ਜਦੋਂ ਜ਼ਿਆਦਾ ਹੀ ਦੂਰ ਰਹਿਣ ਪਏ, ਇਹ ਕੋਈ ਸਾਡੀਆਂ ਮਤਲਬ ਸੇਵਰੀਆਂ ਜ਼ਿਆਦਾ ਰੁਝਾਨਾਂ ਦੇ ਕਾਰਨ ਉਹਨਾਂ ਦੇ ਨਾਲ ਸਮਾਂ ਘੱਟ ਹੀ ਮਿਲਦਾ ਸੀ। ਪਰ ਜਿੱਥੇ ਕਿਤੇ ਦੂਰ ਕਿਤੇ ਜਾਣਾ ਸੀ, ਸੰਤ ਮੈਨੂੰ ਨਾਲ ਲੈ ਕੇ ਜਾਂਦੇ ਸੀ। ਤੇ ਬਹੁਤ ਸਾਰੇ ਮਰੀਜ਼ ਜਿਹੜੇ ਵਿਗੜੇ ਇੱਧਰ ਉੱਧਰੋਂ ਫਿਰ ਤੁਰ ਕੇ ਆਏ, ਕਈ ਵਾਰੀ ਸੰਤੋਂ ਮੈਨੂੰ ਦੇ ਦਿੰਦੇ ਸੀ ਵੀ ਇਹ ਮਰੀਜ਼ ਦਾ ਤਾਂ ਸਾਰਾ ਹਿਸਾਬ ਕਿਤਾਬ ਵੇਖਣਾ ਤੁਸੀਂ ਇਹਨਾਂ ਦਾ ਕੰਮ ਕਰਨਾ। ਇੱਦਾਂ ਪ੍ਰਭੂ ਦੇ ਸੰਤਾਂ ਨੇ ਮੈਨੂੰ ਬੜੀ ਜ਼ਿੰਮੇਵਾਰੀ ਦਿੱਤੀ। ਜਦੋਂ ਕਦੀ ਚਰਚ ਵਿੱਚ ਲੀਡਰ ਕਹਿ ਦਿੰਦੇ ਇਹ ਆਉਣਾ ਵਾ, ਉਦੋਂ ਮੈਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਸੀ, ਸੰਤ ਕਹਿੰਦੇ ਵੀ ਤੁਸੀਂ ਕਰਨੀ ਹੈ। ਸੰਤਾਂ ਨੇ ਇਸ ਤਰ੍ਹਾਂ ਮੈਨੂੰ ਸੇਵਾ ਦੇ ਵਿੱਚ ਮਤਲਬ ਮੀਤ ਪ੍ਰਧਾਨ ਮਿਸ਼ਨ ਦਾ ਹੋਣ ਦੇ ਕਾਰਨ ਸਭ ਬੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਸੀਗੀਆਂ। ਉਹਨਾਂ ਨੂੰ ਮੇਰੇ 'ਤੇ ਫਖਰੀ ਮਾਣ ਸੀ ਕਿ ਡਾਕਟਰ ਸਾਹਿਬ ਜਿਹੜਾ ਕੰਮ ਆ ਵਫਾਦਾਰੀ ਨਾਲ ਅਤੇ ਇਮਾਨਦਾਰੀ ਨਾਲ ਕਰਨਗੇ। ਨਾਲੇ ਪ੍ਰਭੂ ਯਿਸੂ ਦੀ ਕਿਰਪਾ ਹੀ ਸਾਡੇ 'ਤੇ, ਕਿਰਪਾ ਹੋਰ ਵੀ ਬਹੁਤ ਕਿਰਪਾ ਵਾ। ਜੋ ਵੀ ਪ੍ਰਭੂ ਯਿਸੂ ਕੋ ਸੰਤਾਂ ਦੇ ਨਾਲ ਰਹਿ ਕੇ ਅਸੀਂ ਸੇਵਾ ਕੀਤੀ ਆ, ਸੇਵਾ ਬਿਲਕੁਲ ਸਫਲ ਹੋਈ ਆ। ਔਰ ਮੈਂ ਪਰਮੇਸ਼ਰ ਦੇ ਦਾਸਾਂ ਦਾ ਧੰਨਵਾਦ ਕਰਦਾ, ਪਾਸਟਰ ਸਤੀਸ਼ ਕੁਮਾਰ, ਜੋ ਕਿ ਆਪਣੇ ਲੋਕਾਂ ਨੂੰ ਔਰ ਜਿਹੜੇ ਲੋਕਾਂ ਨੂੰ ਦੁਨੀਆ ਦੇ ਲੋਕ ਮਾੜਾ ਸਮਝਦੇ ਸੀ, ਮਾੜਾ ਜਾਣਦੇ ਸੀ, ਔਰ ਉਹਨਾਂ ਨੂੰ ਚੁੱਕ ਕੇ ਔਰ ਪਰਮੇਸ਼ਰ ਦੇ ਵਚਨ ਦੇ ਨਾਲ ਇੰਨਾ ਕੀ ਤਿੱਖਿਆਂ ਕੀਤਾ। ਅੱਜ ਜਗ੍ਹਾ ਤੇ ਜਾ ਕੇ ਪਾਸਟਰ ਸਤੀਸ਼ ਕੁਮਾਰ ਦੇ ਜਿਹੜੇ ਸੇਵਕ ਨੇ ਉਹਨਾਂ ਦੇ ਹੱਥਾਂ ਦੇ ਬਣਾਏ ਹੋਏ ਔਰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕੀਤਾ। ਮੇਰੀ ਪਾਸਟਰ ਸਤੀਸ਼ ਕੁਮਾਰ ਜੀ ਦੇ ਨਾਲ 1993 ਦੇ ਵਿੱਚ ਮੁਲਾਕਾਤ ਹੋਈ ਔਰ ਉਸ ਤੋਂ ਬਾਅਦ ਉਹਨਾਂ ਦੀ ਮੁਲਾਕਾਤਾਂ ਦਾ ਦੌਰ ਜੋ ਸਾਡੇ ਨਾਲ ਚੱਲ ਪਿਆ ਔਰ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਸੀ, ਜੇ ਕੋਈ ਉਹਨਾਂ ਨਾਲ ਮਿਲਦਾ ਸੀ ਤਾਂ ਆਪਣੇ ਮਾਤਾ ਪਿਤਾ ਨੂੰ ਭੁੱਲ ਜਾਂਦਾ ਸੀ। ਉਹ ਪੂਰਾ ਬਾਪ ਵਾਂਗ ਔਰ ਪਿਤਾ ਵਾਂਗ ਪਿਆਰ ਕਰਦੇ ਸੀ ਔਰ ਗੁਰੂ ਹੋਣ ਦੇ ਨਾਤੇ ਵੀ ਉਹਨਾਂ ਦਾ ਸੁਭਾਅ ਇੱਦਾਂ ਦਾ ਸੀ ਕਿ ਅਸੀਂ ਅਜੇ ਆਪਣੇ ਘਰਾਂ 'ਚੋਂ ਸੁੱਤੇ ਹੀ ਉੱਠਦੇ ਸੀ ਤਾਂ ਹਨੇਰੇ ਆਣ ਕੇ ਸਾਡੇ ਕੋਲ ਆਣ ਕੇ ਬੈਠ ਜਾਂਦੇ ਸੀ। ਔਰ ਜੇ ਅਸੀਂ ਕੋਈ ਵੀ ਗੱਲ ਬਾਤ ਕਰਦੇ ਸੀ ਤਾਂ ਉਹਦੇ ਨਾਲ ਸਲਾਹ ਔਰ ਮਸ਼ਵਰੇ ਦੇ ਨਾਲ, ਔਰ ਜੇ ਕਿਸੇ 'ਤੇ ਦੁੱਖ ਔਰ ਮੁਸੀਬਤ ਪੈਂਦਾ ਸੀ, ਮੁਸੀਬਤ ਤੋਂ ਭੱਜਦੇ ਨਹੀਂ ਸੀ ਔਰ ਮੁਸੀਬਤ ਦੇ ਨਾਲ ਲੜਦੇ ਸੀ ਔਰ ਆਪਣੇ ਲੋਕਾਂ ਨੂੰ ਜਿਹੜੇ ਮਸੀਹ ਦੇ ਵਿੱਚ ਸੀ ਉਹਨਾਂ ਨੂੰ ਦਲੇਰੀ ਬਖਸ਼ਦੇ। ਔਰ ਉਹਨਾਂ ਦਾ ਜੀਵਨ ਇੱਕ ਆਤਮਿਕ ਜੀਵਨ ਸੀ ਔਰ ਉਹਨਾਂ ਨੇ ਜਿੱਥੇ ਵੀ ਗਏ ਨੇ, ਜਿਸ ਜਗ੍ਹਾ 'ਤੇ ਗਏ ਨੇ, ਉਹ ਜਗ੍ਹਾ 'ਤੇ ਪਰਮੇਸ਼ਰ ਨੇ ਉਹਨਾਂ ਦੇ ਉਦਾਰਾ ਇੱਕ ਜਿਹੜੀ ਆ ਸੇਵਕਾਈ ਤਿਆਰ ਕੀਤੀ ਹੈ। ਆਖਰੀ ਪਲਾਂ ਦੇ ਵਿੱਚ ਦੇਖੋ, ਜਦੋਂ ਤੋਂ ਅਸੀਂ ਮਤਲਬ ਦੇਖ ਰਹੇ ਸੀ ਕਿ 2 ਸਾਲਾਂ ਤੋਂ ਮੈਂ ਕਹਿ ਸਕਦਾ, ਜਦੋਂ ਉਹ ਪਰਮੇਸ਼ਰ ਦੇ ਵਿੱਚ ਸੋ ਗਏ ਉਹਦੇ ਤੋਂ 2 ਸਾਲ ਪਹਿਲਾਂ ਉਹਨਾਂ ਦੇ ਮਤਲਬ ਸੁਭਾਅ ਦੇ ਵਿੱਚ ਜਿਹੜਾ ਵਾ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ। ਪਹਿਲਾਂ ਮਤਲਬ ਉਹ ਕਲੀਸਿਆ ਨੂੰ ਬਹੁਤ ਜ਼ਿਆਦਾ ਝਿੜਕ ਵੀ ਦਿੰਦੇ ਸੀਗੇ, ਸੇਵਕਾਂ ਨੂੰ ਵੀ ਝਿੜਕ ਦਿੰਦੇ ਸੀਗੇ, ਸਾਨੂੰ ਵੀ ਝਿੜਕ ਦਿੰਦੇ ਸੀਗੇ, ਟੋਕਦੇ ਸੀਗੇ, ਇੱਦਾਂ ਨਾ ਕਰੋ ਉੱਦਾਂ ਨਾ ਕਰੋ। ਲੇਕਿਨ ਜਿਹੜੇ ਉਹ ਆਖਰੀ 2 ਸਾਲ ਸੀਗੇ, ਮੈਂ ਇਹ ਦੇਖਿਆ ਉਹਨਾਂ 2 ਸਾਲਾਂ ਦੇ ਵਿੱਚ ਕਿ ਉਹ ਮਤਲਬ ਹਰ ਚੀਜ਼ ਨੂੰ ਇਗਨੋਰ ਕਰ ਦਿੰਦੇ ਰਹੇ। ਉਹਨਾਂ ਦੇ ਸਾਹਮਣੇ ਕੁਝ ਗਲਤ ਵੀ ਹੋ ਰਿਹਾ ਹੁੰਦਾ ਸੀਗਾ ਤੇ ਉਹ ਤਾਂ ਵੀ ਮਤਲਬ ਅਣਦੇਖਾ ਜਿਹਾ ਕਰ ਦਿੰਦੇ ਰਹੇ ਆ। ਔਰ ਉਹਨਾਂ 2 ਸਾਲਾਂ ਦੇ ਵਿੱਚ ਉਹਨਾਂ ਨੇ ਹਰ ਇੱਕ ਨਾਲ
ਪ੍ਰੇਮ ਨਾਲ ਗੱਲ ਕੀਤੀ, ਹਰ ਇੱਕ ਨੂੰ ਬਹੁਤ ਅੱਛੀ ਗਾਈਡੈਂਸ ਦਿੱਤੀ, ਬਹੁਤ ਅੱਛੇ ਤਰੀਕੇ ਨਾਲ ਸਮਝਾਇਆ। ਔਰ ਜਿਹੜੀਆਂ ਚੀਜ਼ਾਂ ਮਤਲਬ ਸਾਨੂੰ ਨਹੀਂ ਵੀ ਪਤਾ ਸੀਗੀਆਂ ਸੇਵਕਾਈ ਦੇ ਵਿੱਚ, ਕਿਉਂਕਿ ਮੈਂ ਵੀ ਉਹਨਾਂ ਦੇ ਦੁਆਰਾ ਹੀ ਸੇਵਕਾਈ ਸਿੱਖੀ ਹੈ, ਸੇਵਕਾਈ ਕਰ ਰਿਹਾ ਸੀ ਉਹਨਾਂ ਦੇ ਦੁਆਰਾ ਹੀ, ਜਿਹੜੀ ਮੈਂ ਵੀ ਕੁਝ ਚੀਜ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਨਹੀਂ ਮੈਨੂੰ ਪਹਿਲੇ ਪਤਾ ਸੀਗੀਆਂ, ਤੇ ਉਹਨਾਂ ਨੇ ਉਹ ਲਾਸਟ ਟਾਈਮ ਦੇ ਵਿੱਚ ਉਹ ਚੀਜ਼ਾਂ ਮੈਨੂੰ ਵੀ ਸਿਖਾਈਆਂ ਤੇ ਇਸ ਤਰੀਕੇ ਨਾਲ ਜਿਹੜੀ ਹੈ ਇਹ ਸੇਵਕਾਈ ਕਰਨੀ ਹੈ। ਔਰ ਇੱਕ ਹੋਰ ਗੱਲ ਸੀਗੀ ਕਿ ਜਿਹੜੇ ਸੇਵਕ ਉਹਨਾਂ ਨੂੰ ਛੱਡ ਗਏ ਸੀ ਇਹਨਾਂ 2 ਸਾਲਾਂ ਦੇ ਵਿੱਚ, ਉਹ ਸੇਵਕ ਜਦੋਂ ਆਏ ਇੱਥੇ, ਉਹ ਸੇਵਕਾਂ ਦੇ ਨਾਲ ਵੀ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਬਿਹੇਵ ਕੀਤਾ ਕਿ ਜਿਸ ਤਰ੍ਹਾਂ ਮਤਲਬ ਉਹ ਕਦੀ ਵਿਛੜੀ ਨਹੀਂ ਸੀ। ਤੇ ਉਹ ਚੀਜ਼ ਮਤਲਬ ਲਾਸਟ ਟਾਈਮ ਦੇ ਵਿੱਚ ਜਿਹੜੀ ਹੈ ਉਹ ਚੀਜ਼ ਉਹਨਾਂ ਦੇ ਜੀਵਨ ਦੇ ਵਿੱਚ ਹੋਈ। ਇਹੋ ਜਿਹਾ ਤੇ ਮਤਲਬ 2 ਸਾਲਾਂ 'ਚ ਇਹ ਚੀਜ਼ ਅਸੀਂ ਵੇਖੀ ਵੀ ਇਹੋ ਜਿਹੀ ਤੇ ਗੱਲਬਾਤ ਉਹਨਾਂ ਦੇ ਅੰਦਰ ਹੈ ਹੀ ਨਹੀਂ ਸੀ ਕਿ ਮੇਰਾ ਕਿਸੇ ਨਾਲ ਕੋਈ ਗਿਲਾ ਹੈ, ਮੇਰਾ ਸ਼ਿਕਵਾ ਹੈ, ਕਿਸੇ ਨਾਲ ਕੋਈ ਚੀਜ਼ ਨਹੀਂ ਇਸ ਤਰ੍ਹਾਂ ਦੀ। ਹੁਣ ਥੋੜੀ ਦੇਰ ਤਕਰੀਬਨ 7 ਮਹੀਨੇ ਹੋ ਗਏ ਆ, ਕਦੀ ਅਸੀਂ ਸੋਚਿਆ ਵੀ ਨਹੀਂ ਕਿ ਮਤਲਬ ਸੰਤਾਂ ਦੇ ਨਾਲ ਐਸਾ ਹੋ ਜਾਏਗਾ। ਉਹਨਾਂ ਦੀ ਡੈਥ ਤੋਂ ਬਾਅਦ ਵੀ ਮਨ ਕਾਫੀ ਮਹੀਨੇ ਪਰੇਸ਼ਾਨ ਹੀ ਰਿਹਾ। ਅਜੇ ਵੀ 7 ਮਹੀਨੇ ਹੋ ਗਿਆ ਤੇ ਕਦੀ ਕਦੀ ਮਤਲਬ ਪਰੇਸ਼ਾਨੀ ਆਉਂਦੀ ਹੈ ਵੀ ਇਹ ਕਿਸ ਤਰ੍ਹਾਂ ਹੋ ਗਿਆ। ਇਹ ਪਰਮੇਸ਼ਰ ਹੀ ਜਾਣਦਾ ਹੈ। ਤੇ ਜਿੰਨੇ ਲੋਕ ਉਹਨਾਂ ਦੇ ਸੰਪਰਕ ਵਿੱਚ ਆਏ ਜਾਂ ਉਹਨਾਂ ਦੇ ਕੋਲ ਆਏ ਪ੍ਰਭੂ ਦੀ ਹਜ਼ੂਰੀ ਵਿੱਚ, ਇਹਦਾ ਵੀ ਕੰਮ ਕੋਈ ਵਿਰਲਾ ਹੀ ਹੋਊਗਾ 100 ਚੋਂ 1 ਜਿਹਦਾ ਨਾ ਕੰਮ ਹੋਇਆ ਹੋਊਗਾ। ਸੰਤਾਂ ਨੇ ਆਪਣੀ ਸੇਵਾ ਦੇ ਵਿੱਚ ਇੰਨੇ ਸੇਵਕ ਤਿਆਰ ਕੀਤੇ, ਆਲੇ ਦੁਆਲੇ ਪੰਜਾਬ ਵਿੱਚ ਜ਼ਿਆਦਾ ਸੇਵਕ ਸੰਤਾਂ ਦੇ ਤਿਆਰ ਕੀਤੇ ਹੋਏ ਨੇ, ਥਾਪੇ ਹੋਏ ਨੇ, ਨਿਯੁਕਤ ਕੀਤੇ ਹੋਏ ਨੇ। ਤੇ ਉਹਨਾਂ ਦਾ ਸਬੂਤ ਹੈ ਜਦੋਂ ਅਸੀਂ ਬਾਹਰ ਜਾਂਦੇ ਹਾਂ ਤੇ ਲੋਕ ਦਿੰਦੇ ਨੇ। ਸੰਤਾਂ ਦੀ ਇੰਨੀ ਕਿਰਪਾ ਹੈ ਕਿ ਜਦੋਂ ਕਿਸੇ ਸੰਤਾਂ ਦੀ ਕੈਸ ਚਲਾ ਦਿੰਦੇ ਹੈਗੇ, ਭੂਤ ਵੀ ਮਤਲਬ ਕੈਸ ਨਾਲ ਹੀ ਖੇਡੀ ਜਾਂਦੇ ਹੈਗੇ। ਤੇ ਭੂਤ ਵਿੱਚੋਂ ਕਹਿੰਦੇ ਹੁੰਦੇ ਕਿ ਵੱਡੇ ਪਾਠ ਸਾਹਿਬ ਨੂੰ ਲੈ ਕੇ ਆਓ, ਸੋ ਗਵਾਹੀ ਦਿੰਦੇ ਸੰਤਾਂ ਦੀ। ਹੁਣ ਜੋ ਪ੍ਰਭੂ ਦੀ ਇੱਛਾ ਹੋਈ ਆ ਉਹ ਪ੍ਰਭੂ ਜਾਣਦਾ ਵਾ। ਪ੍ਰਭੂ ਦੀ ਇੱਛਾ ਨੂੰ ਜਾਣਨਾ ਬਹੁਤ ਵੱਡਾ ਕੰਮ ਆ। ਤੇ ਹੁਣ ਵੀ ਪ੍ਰਭੂ ਦੇ ਸੰਤਾਂ ਦੇ ਜਿਹੜੇ ਲੜਕੇ ਨੇ ਉਹ ਪ੍ਰਭੂ ਯਿਸੂ ਦੀ ਕਿਰਪਾ ਨਾਲ ਉਹਨਾਂ ਦੀ ਸੇਵਾ ਨੂੰ ਨਿਭਾ ਰਹੇ ਨੇ। ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਸੰਤਾਂ ਨੂੰ ਵੀ ਜ਼ਿਆਦਾ ਜਿਹੜੀ ਸੇਵਾ ਵਾ, ਪਾਸਟਰ ਅਸ਼ੋਕ ਕੁਮਾਰ ਜਿਹੜੇ ਉਹਨਾਂ ਦੇ ਲੜਕੇ ਨੇ ਛੋਟੇ, ਉਹਨਾਂ ਕੋਲ ਕਰਾਉਣ। ਰਾਤ ਦਿਨ ਕਲੀਸਿਆ ਵਾਲੇ ਤੇ ਪੁਰਾਣੇ ਵਿਸ਼ਵਾਸੀ ਹੈ ਜਿਨ੍ਹਾਂ ਨੂੰ ਬਜ਼ੁਰਗ ਕਿਹਾ ਜਾਂਦਾ ਵਾ, ਉਹ ਪ੍ਰਾਰਥਨਾ ਕਰਦੇ ਰਹਿੰਦੇ ਹਨ। ਅਸੀਂ ਆਲੇ ਦੁਆਲੇ ਵੇਖ ਰਹੇ ਹਾਂ ਕਿ ਪ੍ਰਭੂ ਯਿਸੂ ਦੀ ਇਹਨਾਂ ਦੀਆਂ ਦੁਆਵਾਂ ਸੁਣ ਕੇ ਲੋਕਾਂ ਉੱਤੇ ਬਹੁਤ ਕਿਰਪਾ ਹੈ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਲੋਕਾਂ ਦਾ ਵੀ ਜਿਹੜੇ ਸਾਡੇ ਨਾਲ ਮਿਲ ਕੇ ਲਗਾਤਾਰ ਪ੍ਰਭੂ ਯਿਸੂ ਦੀ ਸੇਵਾ ਵਿੱਚ ਅੱਗੇ ਵਧ ਰਹੇ ਨੇ। ਹਾਂ, ਲਾਸਟ ਵਿੱਚ ਅਸੀਂ ਪੁੱਛਾਂਗੇ ਤੁਹਾਨੂੰ ਕਿ ਉਹਨਾਂ ਦੇ ਜੋ ਜੀਵਨ ਤੋਂ ਤੁਸੀਂ ਪ੍ਰਭਾਵਿਤ ਹੋ ਕੇ, ਜੋ ਉਹਨਾਂ ਨੇ ਇਸ ਧਰਤੀ ਤੇ ਰਹਿ ਕੇ ਗੁਜ਼ਾਰਿਆ, ਤੁਸੀਂ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਾਡੀ ਕਲੀਸਿਆ ਨੂੰ ਔਰ ਪਾਸਟਰ ਸਾਹਿਬਾਨਾਂ ਨੂੰ ਔਰ ਸਾਡੇ ਵਲੰਟੀਅਰਸ ਐਵੈਂਜਲਿਸਟਾਂ ਨੂੰ, ਤੁਸੀਂ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤੇ ਇੱਦਾਂ ਵਾਂ ਵੀ ਮੈਂ ਤੇ ਆਪ ਉਹਨਾਂ ਕੋਲ ਸਿੱਖਿਆ ਹੋਇਆ ਸਭ ਕੁਝ। ਜੀ ਜੀ, ਠੀਕ ਹੈ ਜੀ ਜੀ। ਤੇ ਉਹ ਦੁਨਿਆਵੀ ਪਿਤਾ ਦੇ ਜਿਹੜੇ ਮੇਰੇ ਹੈਗੇ ਸੀ ਲੇਕਿਨ ਉਹ ਇੱਕ ਰੱਬੀ ਰੂਹ ਸੀ। ਔਰ ਜੋ ਚੀਜ਼ ਪ੍ਰਮਾਤਮਾ ਨੇ ਉਹਨਾਂ ਨੂੰ ਦਿੱਤੀ ਸੀ, ਉਹਨਾਂ ਨੇ ਆਪਣੀ ਦੌੜ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਭਾਇਆ। ਜੀ ਜੀ। ਤੇ ਮੈਂ ਤੇ ਇਹ ਕਹਿਣਾ ਚਾਹਾਂਗਾ ਵੀ ਉਹਨਾਂ ਨੇ ਆਪਣੀ ਦੌੜ ਨੂੰ ਪੂਰਾ ਕਰ ਲਿਆ। ਜੀ ਜੀ। ਤੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ। ਜੀ। ਪਰ ਅਜੇ ਸਾਡੀਆਂ ਸਾਰਿਆਂ ਦੀਆਂ ਦੌੜਾਂ ਅਜੇ ਬਾਕੀ ਨੇ। ਜੀ। ਜਿੰਨੀ ਦੇਰ ਤੱਕ ਸਾਡਾ ਜੀਵਨ ਇਸ ਸੰਸਾਰ ਵਿੱਚ ਹੈ, ਸਾਡੀ ਦੌੜ ਹੈ। ਜਿਸ ਤਰ੍ਹਾਂ ਉਹਨਾਂ ਨੇ ਇਮਾਨਦਾਰੀ, ਵਫਾਦਾਰੀ ਔਰ ਬਿਨਾਂ ਕਿਸੇ ਪੈਸੇ ਦਾ ਲਾਲਚ ਕਰਕੇ ਜੀ ਇਮਾਨਦਾਰੀ ਨਾਲ ਰੂਹਾਂ ਨੂੰ ਬਚਾਉਣ ਦੀ ਸੇਵਕਾਈ ਕੀਤੀ, ਪ੍ਰਭੂ ਦਾ ਕੰਮ ਇਮਾਨਦਾਰੀ ਨਾਲ ਔਰ ਵਫਾਦਾਰੀ ਨਾਲ ਕੀਤਾ ਕਿ ਉਹ ਦੇਖੋ ਇੰਨੀਆਂ ਉੱਚੀਆਂ ਪਦਵੀਆਂ ਤੇ ਵੀ ਸੀਗੇ, ਉਹਨਾਂ ਦੇ ਕੋਲ ਬਿਸ਼ਪ, ਆਰਚ ਬਿਸ਼ਪ ਦਾ ਪਦ ਸੀਗਾ। ਜੀ ਜੀ। ਲੇਕਿਨ ਫਿਰ ਵੀ ਉਹਨਾਂ ਨੇ ਇੱਕ ਜੀਵਨ ਜਿਹੜਾ ਆ ਆਮ ਜਿਹਾ ਜੀਆ। ਜੀ ਜੀ। ਠੀਕ ਹੈ, ਆਮ ਜੀਵਨ ਬਤੀਤ ਕੀਤਾ ਉਹਨਾਂ ਨੇ। ਬੇਸ਼ੱਕ ਉਹ ਲੱਖਾਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਲੈ ਸਕਦੇ ਸੀਗੇ, ਲੇਕਿਨ ਉਹਨਾਂ ਨੇ ਉਹ ਨਹੀਂ ਲਈਆਂ। ਉਹਨਾਂ ਨੇ ਮਾਨਵਤਾ ਦੀ ਸੇਵਾ ਵੀ ਕੀਤੀ ਹੈ, ਪ੍ਰਭੂ ਦੀ ਸੇਵਾ ਵੀ ਕੀਤੀ ਹੈ, ਉਹਨਾਂ ਨੇ ਮਾਨਵਤਾ ਦੀ ਸੇਵਾ ਵੀ ਕੀਤੀ ਹੈ। ਜਿਹੜੇ ਦੁਖੀ ਭੈਣ ਭਰਾ, ਗਰੀਬ ਭੈਣ ਭਰਾ ਹੁੰਦੇ ਸੀਗੇ, ਉਹਨਾਂ ਦੀ ਹੈਲਪ ਕਰਕੇ, ਉਹਨਾਂ ਦੀ ਮਦਦ ਕਰਕੇ ਵੀ ਸੇਵਾ ਕੀਤੀ ਹੈ। ਆਪਣਾ ਜੀਵਨ ਉਹਨਾਂ ਨੇ ਆਮ ਇੱਕ ਸਕੂਟਰ ਜੇ ਤੇ ਰੱਖਿਆ। ਤਕਰੀਬਨ ਸਭ ਲੋਕ ਜਾਣਦੇ ਨੇ ਕਿ ਉਹ ਮਤਲਬ ਜ਼ਿਆਦਾਤਰ ਸਕੂਟਰ ਤੇ ਰਹਿੰਦੇ ਸੀਗੇ। ਫਿਰ ਵੀ ਹੁਣ ਦੇ ਸਮੇਂ ਦੇ ਚ ਆ ਕੇ ਸੇਵਕਾਂ ਦੇ ਜ਼ੋਰ ਨਾਲ, ਕਲੀਸਿਆ ਦੇ ਜ਼ੋਰ ਦੇ ਨਾਲ ਇੱਕ ਛੋਟੀ ਜਿਹੀ ਉਹਨਾਂ ਨੂੰ ਮਰੂਤੀ ਕਾਰ ਲੈ ਦਿੱਤੀ ਸਾਰਿਆਂ ਨੇ ਰਲ ਮਿਲ ਕੇ।
ਪਰ ਉਹਨਾਂ ਨੇ ਆਪਣਾ ਜੀਵਨ ਇੱਕ ਸਾਦਾ ਰੱਖਿਆ। ਤੇ ਸਾਰਿਆਂ ਨੂੰ ਵੀ ਮੈਂ ਅੱਗੇ ਹੀ ਕਹਿਣਾ ਚਾਹੂੰਗਾ ਵੀ ਅਸੀਂ ਨਾਲ ਕੁਝ ਨਹੀਂ ਲੈ ਕੇ ਆਏ ਤੇ ਨਾਲ ਕੁਝ ਨਹੀਂ ਲੈ ਕੇ ਜਾਣਾ। ਜੀ ਜੀ ਸੰਤਾਂ ਦੀ ਸੰਗਤ ਕਰਨ ਵਾਲੇ ਬੰਦੇ ਜਿਹੜੇ ਸੰਤਾਂ ਦੀ ਰੀਸ ਕਰਦੇ ਨੇ, ਜੀ ਜੀ ਬਹੁਤ ਤੇ ਵਧੀਆ। ਅਸੀਂ ਸਾਰਿਆਂ ਨੇ ਸੰਤਾਂ ਦੀ ਰੀਸ ਕਰਨੀ ਹੈ ਜੀ ਜੀ ਤੇ ਅਸੀਂ ਨਾਲ ਕੁਝ ਨਹੀਂ ਲੈ ਕੇ ਜਾਣਾ। ਮਨੁੱਖਤਾ ਦੀ ਸੇਵਾ ਵੀ ਕਰਨੀ ਹੈ ਤੇ ਅਸੀਂ ਪਰਮੇਸ਼ਰ ਦੀ ਸੇਵਾ ਕਰਨੀ ਹੈ ਇਮਾਨਦਾਰੀ ਵਫਾਦਾਰੀ ਨਾਲ ਔਰ ਬਿਨਾਂ ਕਿਸੇ ਲਾਲਚ ਤੋਂ। ਮੈਂ ਇੱਕ ਵਾਰੀ ਫੇਰ ਵਿਸ਼ਵਾਸ ਸੰਗਤ ਨੂੰ, ਪ੍ਰਭੂ ਦੇ ਦਾਸਾਂ ਸੇਵਕਾਂ ਨੂੰ ਇਹ ਫੇਰ ਬੇਨਤੀ ਕਰਦਾ ਹਾਂ ਕਿ ਤੁਸੀਂ ਜੋ ਸਾਨੂੰ ਪਾਸਟਰ ਸਤੀਸ਼ ਕੁਮਾਰ ਲੋਰ ਜੀ ਸਿੱਖਿਆ ਦੇ ਕੇ ਗਏ ਆ, ਅਸੀਂ ਉਹਨਾਂ ਦੀ ਸਿੱਖਿਆ ਉੱਤੇ ਚੱਲਣਾ ਹੈ ਔਰ ਜੋ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਹੈ ਉਹਦੇ ਉੱਤੇ ਵੀ ਚੱਲਣਾ ਹੈ ਔਰ ਫਿਰ ਅਸੀਂ ਪ੍ਰਭੂ ਵਿੱਚ ਆਤਮਿਕ ਜੀਵਨ ਗੁਜ਼ਾਰਨਾ ਹੈ ਤੇ ਪ੍ਰਭੂ ਵਿੱਚ ਉਹਦੇ ਆਉਣ ਤੱਕ ਬੜੇ ਰਹਿਣਾ ਹੈ। ਇਹ ਦੁਆ ਕਰਦਾ ਹਾਂ ਕਿ ਪ੍ਰਭੂ ਦੀ ਸੇਵਾ ਵਿੱਚ ਹੋਰ ਅੱਗੇ ਇਸ ਵਧੇ ਜਾਈਏ ਤਾਂ ਕਿ ਸਵਰਗ ਦੇ ਰਾਜ ਲਈ ਸਾਰੇ ਤਿਆਰ ਹੋਈਏ। ਜਿਸ ਤਰ੍ਹਾਂ ਦੀ ਵਡਿਆਈ ਕਰਦੇ ਧਰਤੀ ਦੇ ਸਵਰਗ ਵਿੱਚ ਵੀ ਕਰਦੇ ਰਹੀਏ। ਮੈਂ ਧੰਨਵਾਦ ਕਰਦਾ ਪ੍ਰਭੂ ਦਾ ਜਿਹਨੇ ਮੈਨੂੰ ਆਪਣੇ ਜੀਵਨ ਦੀ ਗਵਾਹੀ ਦੇਣ ਦਾ ਇਹ ਮੌਕਾ ਬਖਸ਼ਿਆ ਹੈ। ਜਿੰਨੇ ਵੀ ਮੇਰੀਆਂ ਗੱਲਾਂ ਸੁਣਨਗੇ ਜਾਂ ਇਹਦੀ ਵੀਡੀਓ ਵੇਖਣਗੇ, ਮੈਂ ਵਿਸ਼ਵਾਸ ਕਰਦਾ ਹਾਂ ਉਹਨਾਂ ਦੇ ਵਿਸ਼ਵਾਸ ਜਿਹੜੇ ਆ ਡਾਵਾਂਡੋਲ ਨੇ ਜਿਹੜੇ ਮਜ਼ਬੂਤ ਹੋ ਜਾਣਗੇ ਤੇ ਸ਼ੈਤਾਨ ਉਹਨਾਂ ਦਾ ਕੁਛ ਨਹੀਂ ਵਿਗਾੜ ਸਕੇਗਾ। ਸੋ ਅਸੀਂ ਬਹੁਤ ਹੀ ਖੁਸ਼ਕਿਸਮਤ ਹੈ ਕਿ ਜਿਹਨਾਂ ਨੇ ਉਹਨਾਂ ਦੇ ਨਾਲ ਬੈਠ ਕੇ ਪ੍ਰਭੂ ਦੀ ਸੇਵਕਾਈ ਕੀਤੀ ਔਰ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਅਸੀਂ ਵੀ ਸਵਰਗ ਰਾਜ ਵਾਸਤੇ ਤਿਆਰ ਹੋਈਏ। ਕਿਉਂਕਿ ਵਚਨ ਦੇ ਵਿੱਚ ਲਿਖਿਆ ਆਪਣੇ ਆਗੂਆਂ ਨੂੰ ਚੇਤੇ ਕਰੋ, ਕਿਉਂਕਿ ਅਸੀਂ ਉਹਨਾਂ ਨੂੰ ਚੇਤੇ ਕੀਤਾ, ਕਿਉਂਕਿ ਉਹਨਾਂ ਨੇ ਉਧਾਰਾ ਹੀ ਸਾਡੇ ਨਾਲ ਅੱਜ ਇਹ ਬੰਦਗੀ ਜਿਹੜੀ ਆਪਾਂ ਚਲਾ ਰਹੇ ਹਾਂ। ਮੰਗਦੇ ਹਾਂ ਪਿਆਰੇ ਪ੍ਰਭੂ ਯਿਸੂ ਨਾਮ 'ਚ ਮੰਗਦੇ ਹਾਂ, ਆਮੀਨ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਯਿਸੂ ਨਾਮ 'ਚ, ਆਮੀਨ। ਸਭ ਨੂੰ ਜੈ ਮਸੀਹ। ਸਭ ਨੂੰ ਜੈ ਮਸੀਹ। ਸਭ ਨੂੰ ਜੈ ਮਸੀਹ। ਤੀਰਾਂ ਤੇ ਤਲਵਾਰਾਂ ਦੇ ਨਾਲ ਆਰਿਆਂ ਨਾਲ ਵੀ ਚੀਰੇ ਗਏ। ਯਿਸੂ ਨਾਮ ਦੇ ਵਿੱਚ ਸ਼ਹੀਦੀ ਪਾ ਯਿਸੂ ਦੇ ਹੀਰੇ ਗਏ। ਤੀਰਾਂ ਤੇ ਤਲਵਾਰਾਂ ਦੇ ਨਾਲ ਆਰਿਆਂ ਨਾਲ ਵੀ ਚੀਰੇ ਗਏ। ਯਿਸੂ ਨਾਮ ਦੇ ਵਿੱਚ ਸ਼ਹੀਦੀ ਪਾ ਯਿਸੂ ਦੇ ਹੀਰੇ ਗਏ। ਮਨ ਦੇ ਵਿੱਚ ਵਸਾ ਕੇ ਰੱਖਿਓ ਸੰਤਾਂ ਦੇ ਪਿਆਰ ਨੂੰ, ਮਨ ਦੇ ਵਿੱਚ ਵਸਾ ਕੇ ਰੱਖਿਓ ਸੰਤਾਂ ਦੇ ਪਿਆਰ ਨੂੰ। ਦੇ ਕੇ ਸਾਨੂੰ ਆਪਣੀਆਂ ਯਾਦਾਂ ਛੱਡ ਗਏ ਸੰਸਾਰ ਨੂੰ। ਦੇ ਕੇ ਸਾਨੂੰ ਆਪਣੀਆਂ ਯਾਦਾਂ ਛੱਡ ਗਏ ਸੰਸਾਰ ਨੂੰ।